ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਦ ਨਿਰੰਜਨ ਹੈ ਗੁਰ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰ ਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰੇ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਤੁਮ ਚੰਦਨ ਹਮ ਅਰਿੰਡ ਬਾਪਰੇ, ਸੰਗ ਤੁਮਾਰੇ ਬਾਸਾ। ਨੀਚ ਰੂਖ ਤੇ ਊਚ ਭਏ ਹੈ, ਗੰਧ ਸੁਗੰਧ ਨਿਵਾਸਾ। ਮਾਧੋ ਸਤ ਸੰਗਤ ਸਰਣ ਤੁਮਾਰੀ, ਹਮ ਔਗਨ ਤੁਮ ਉਪਕਾਰੀ ਰਹਾਉ। ਤੁਮ ਮਖਤੂਲ ਸਪੇਦ ਸਪੀਅਲ, ਹਮ ਬਪਰੇ ਜਸ ਕੀਰਾ। ਸਤ ਸੰਗਤ ਮਿਲ ਰਹੀਐ ਮਾਧੋ, ਜੈਸੇ ਮਦਪ ਮਖੀਰਾ। ਜਾਤੀ ਓਛਾ ਪਾਤੀ ਓਛਾ, ਓਛਾ ਜਨਮ ਹਮਾਰਾ। ਰਾਜਾ ਰਾਮ ਕੀ ਸੇਵ ਨਾ ਕੀਨੀ, ਕਹਿ ਰਵਿਦਾਸ ਚਮਾਰਾ। ਗੁਰ ਬਚਨ ਪਾਲਿਓ ਨਹੀਂ, ਸਿੰਘ ਮਨ ਕੋ ਨਹੀਂ ਮਾਰ। ਗੁਰ ਬਚਨ ਸਿੰਘ ਕੀ ਬੇਨਤੀ, ਲਾਜ ਤੋਹੇ ਨਿਰੰਕਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸ੍ਰੀ ਮਹੱਲਾ ਨਵਾਂ। ਮਨ ਰੇ ਸਾਚਾ ਗਹੋ ਵਿਚਾਰਾ, RAM ਨਾਮ ਬਿਨ ਮਿਥਿਆ ਮਾਨੋ। ਸਗਰੋ ਇਹ ਸੰਸਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ, ਗਰੀਬ ਨਿਵਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਜੀਆਂ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ, ਜੋ ਹਜੂਰ ਨੇ ਸਤ ਸੰਗਤ ਕਰਨ ਦਾ ਸਾਨੂੰ ਗਰੀਬਾਂ ਨੂੰ ਮੌਕਾ ਬਖਸ਼ਿਆ ਹੈ। ਆਪ ਸਰਬੱਤ ਸੰਗਤਾਂ ਆਪਣੇ ਜੋ ਪਾਵਨ ਅਮੁਲਕ ਸਵਾਸ ਹਨ, ਹਜੂਰ ਦੀ ਗੋਦ ਵਿੱਚ ਬਤੀਤ ਕਰ ਰਹੇ ਹੋ। ਆਓ ਸਾਧ ਸੰਗਤ ਜੀ, ਜਿਸ ਤਰ੍ਹਾਂ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਮਹਾਰਾਜ ਜੀਆਂ ਦੀ ਅੰਮ੍ਰਿਤ ਗੁਰਬਾਣੀ ਦੀ ਜੋ ਲੜੀਵਾਰ ਕਥਾ ਆਰੰਭ ਹੋਈ ਸੀ ਹਜੂਰ ਦੇ ਕਿਰਪਾ ਸਦਕਾ, ਅੱਜ ਜੈਤਸਰੀ ਰਾਗ ਵਿੱਚ ਚੱਲ ਰਹੀ ਹੈ। ਜਿਸ ਤਰ੍ਹਾਂ ਆਪ ਜੀਆਂ ਨੇ ਪਿੱਛੇ ਇਤਿਹਾਸ ਸ਼੍ਰਵਣ ਕੀਤਾ ਸੀ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਜੂਰ ਪਟਨਾ ਸਾਹਿਬ ਜੀਆਂ ਦੀ ਨਗਰੀ ਨੂੰ ਭਾਗ ਲਾ ਰਹੇ ਹਨ। ਹਜੂਰ ਜਿਸ ਤਰ੍ਹਾਂ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਜੇਠਮੱਲ ਸੇਠ ਦੇ ਘਰੇ ਜਾਂਦੇ ਹਨ, ਕਿਉਂਕਿ ਹਜੂਰ ਸਾਧ ਸੰਗਤ ਜੀ ਪ੍ਰੇਮ ਦੇ ਵਸੀਕਾਰ ਹਨ। ਜੇ ਅੱਜ ਲੋੜ ਹੈ, ਜਿਸ ਤਰ੍ਹਾਂ ਹਜੂਰ ਨੂੰ ਜੇ ਪੁੱਛੀਏ ਹਜੂਰ ਆਪ ਕਿਹੜੀ ਭਾਸ਼ਾ ਬੋਲਦੇ ਹੋ, ਹਜੂਰ ਕਹਿੰਦੇ ਹਨ ਭਾਖਿਆ ਭਾਉ ਅਪਾਰ। ਭਾਖਿਆ ਤੋਂ ਭਾਵ ਹੈ ਭਾਸ਼ਾ, ਭਾਉ ਮੇਂ ਪ੍ਰੇਮ। ਮਹਾਰਾਜ ਜੀ ਸਾਧ ਸੰਗਤ ਜੀ ਪ੍ਰੇਮ ਦੇ ਵਸੀਕਾਰ ਹਨ। ਇਸੇ ਤਰ੍ਹਾਂ ਸਾਧ ਸੰਗਤ ਜੀ ਗੁਰਸਿੱਖਾਂ ਨੂੰ ਨਿਹਾਲ ਕਰਦੇ ਹੋਏ
ਜਿਸ ਤਰ੍ਹਾਂ ਸਾਧ ਸੰਗਤ ਜੀ ਹਵੇਲੀ ਵਿੱਚ ਸੰਗਤਾਂ ਹਜੂਰ ਨੂੰ ਬੇਨਤੀ ਕਰਕੇ ਨਿਵਾਸ ਕਰਾਉਂਦੀਆਂ ਹਨ, ਉਸ ਜਗ੍ਹਾ ਤੇ ਹਜੂਰ ਦੇ ਦਰਸ਼ਨਾਂ ਵਾਸਤੇ ਪੁਰਬ ਲੱਗ ਜਾਂਦਾ ਹੈ। ਜੋ ਕੋਈ ਵੀ ਹਜੂਰ ਨੂੰ ਸਾਧ ਸੰਗਤ ਜੀ ਤੱਕਦਾ ਹੈ, ਹਜੂਰ ਦਾ ਹੋ ਕੇ ਹੀ ਰਹਿ ਜਾਂਦਾ ਹੈ। ਐਸੇ ਪ੍ਰੇਮ ਦੇ ਸਾਧ ਸੰਗਤ ਜੀ ਸੋਮੇ ਹਨ ਹਜੂਰ। ਜਦੋਂ ਵੀ ਸਾਧ ਸੰਗਤ ਜੀ ਕੋਈ ਆਮ ਵੀ ਰਾਹਗੀਰ ਵੀ ਹਜੂਰ ਨੂੰ ਦੂਰੋਂ ਦੇਖਦਾ ਸੀ, ਉਸ ਨੂੰ ਅਚਾਨਕ ਹੀ ਠੰਡ ਪਈ ਜਾਂਦੀ ਸੀ ਕਿ ਇੰਨਾ ਸੁੱਖ ਕਿਉਂ ਮਿਲਦਾ ਹੈ ਇਹਨਾਂ ਨੂੰ ਦੇਖ ਕੇ। ਜਿਸ ਸਮੇਂ ਹਜੂਰ ਦੇ ਬਚਨ ਸੁਣਦਾ ਸੀ ਮਗਨ ਹੋ ਜਾਂਦੇ ਸਨ, ਕਿਉਂਕਿ ਸਾਧ ਸੰਗਤ ਜੀ ਹਜੂਰ ਜਿਸ ਤਰ੍ਹਾਂ ਮੁਖ ਤੋਂ ਬਚਨ ਫਰਮਾਉਂਦੇ ਹਨ, ਅਮਿਓ ਬੁੱਠੈ ਝਰਨੇ, ਭਾਵ ਅੰਮ੍ਰਿਤ ਦੀ ਵਰਖਾ ਹੋ ਰਹੀ ਹੈ। ਆਓ ਸਾਧ ਸੰਗਤ ਜੀ ਹੁਣ ਇੱਕ ਗੁਰਸਿੱਖ ਸੰਗਤ ਵਿੱਚੋਂ ਉੱਠਿਆ ਹੈ, ਹਜੂਰ ਦੇ ਅੱਗੇ ਅਰਦਾਸ ਕਰਦਾ ਹੈ, ਮਹਾਰਾਜ ਕਿਰਪਾ ਕਰਕੇ ਦੱਸੋ, ਕੁਝ ਐਸਾ ਉਪਦੇਸ਼ ਦਵੋ ਜਿਹੜਾ ਮੈਂ ਆਪਣੇ ਹਿਰਦੇ ਵਿੱਚ ਹਮੇਸ਼ਾ ਧਾਰ ਕੇ ਰੱਖਾਂ। ਮਹਾਰਾਜ ਜੀ ਐਸਾ ਉਪਦੇਸ਼ ਦੇਵੋ। ਹਜੂਰ ਉਮਰ ਲੰਘਦੀ ਜਾ ਰਹੀ ਹੈ, ਬਹੁਤ ਹਜੂਰ ਕੰਮ ਵੀ ਕਰ ਕਰਕੇ ਥੱਕ ਗਏ ਹਾਂ, ਬਾਹਰੋਂ ਧਾਰਮਿਕ ਭੇਸ ਵੀ ਬਣਾ ਕੇ ਥੱਕ ਗਏ ਹਾਂ, ਪਰ ਹਜੂਰ ਐਸੀ ਠੰਡ ਕਦੇ ਨਾ ਅੱਗੇ ਪਈ ਜਿਹੜੀ ਆਪ ਜੀਆਂ ਦੇ ਦਰਸ਼ਨ ਕਰਕੇ ਸਾਨੂੰ ਪਈ ਹੈ। ਮਹਾਰਾਜ ਜੀ ਕਿਰਪਾ ਕਰੋ, ਐਸਾ ਉਪਦੇਸ਼ ਦੇਵੋ ਜਿਹੜਾ ਅਸੀਂ ਹਿਰਦੇ ਵਿੱਚ ਧਾਰ ਲਈਏ। ਤਾਂ ਸਾਧ ਸੰਗਤ ਜੀ ਗੁਰਸਿੱਖਾਂ ਦੀ ਅਰਦਾਸ ਸੁਣ ਕੇ ਹਜੂਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਰਪਾ ਕਰ ਰਹੇ ਹਨ। ਹਜੂਰ ਮੇਰਾ ਦੇ ਘਰ ਵਿੱਚ ਆਏ ਹਨ। ਆਓ ਸਾਧ ਸੰਗਤ ਜੀ ਆਪਣੇ ਵੀ ਮਨ ਚਿੱਤ ਬਿਰਤੀ ਇਕਾਗਰ ਕਰਕੇ ਪਟਨਾ ਸਾਹਿਬ ਜੀਆਂ ਦੀ ਧਰਤੀ ਤੇ ਪਹੁੰਚੀਏ। ਹਜੂਰ ਤਖਤ ਤੇ ਸੱਜ ਬੈਠੇ ਹਨ। ਹਜੂਰ ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ। ਹਜੂਰ ਦੇ ਸੀਸ ਤੇ ਗੁਰਸਿੱਖ ਚੌਰ ਸਾਹਿਬ ਕਰ ਰਹੇ ਹਨ। ਸੰਗਤਾਂ ਸੱਜ ਬੈਠੀਆਂ ਹਨ। ਹਜੂਰ ਜਿਸ ਤਰ੍ਹਾਂ ਮੁਖ ਤੋਂ ਬਚਨ ਉਚਾਰਨ ਕਰਦੇ ਹਨ, ਆਓ ਹੱਥ ਜੋੜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸ੍ਰੀ ਮਹੱਲਾ ਨਵਾਂ। ਜੈਤ ਸ੍ਰੀ ਰਾਗ ਵਿੱਚ ਉਸ ਸਮੇਂ ਹਜੂਰ ਨੇ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਮਹੱਲਾ ਨਾਵਾ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਰਪਾ ਕਰ ਰਹੇ ਹਨ। ਮਨ ਰੇ ਸਾਚਾ ਗਹੁ ਵਿਚਾਰਾ। ਮਹਾਰਾਜ ਜੀ ਕਹਿੰਦੇ ਹਨ, ਮਨ ਰੇ ਸਾਚਾ ਗਹੁ ਵਿਚਾਰਾ। ਜੋ ਸੱਚ ਦੀ ਵਿਚਾਰ ਹੈ ਇਸ ਨੂੰ ਆਪਣੇ ਹਿਰਦੇ ਵਿੱਚ ਗ੍ਰਹਿਣ ਕਰ ਲਾ। ਇਸੇ ਤਰ੍ਹਾਂ ਸਾਧ ਸੰਗਤ ਜੀ ਮਨ ਰੇ ਹਜੂਰ ਸਿੱਧਾ ਮਨ ਨੂੰ ਹੀ ਸੰਬੋਧਨ ਹੋ ਗਏ ਹਨ। ਹੁਣ ਸਿੱਧਾ ਮਨ ਦੇ ਪ੍ਰਥਾਈ ਉਪਦੇਸ਼ ਦੇ ਰਹੇ ਹਨ। ਜੋ ਸਾਧ ਸੰਗਤ ਜੀ ਪ੍ਰੇਮ ਵਾਲੇ ਗੁਰਸਿੱਖ ਹੁੰਦੇ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਹੁੰਦਾ ਹੈ, ਉਹ ਫਿਰ ਇਹ ਮਨ ਵਾਲੇ ਉਪਦੇਸ਼ ਸਿੱਧਾ ਆਪਣੇ ਮਨ ਤੇ ਹੀ ਢਾਲਦੇ ਹਨ, ਮਨ ਤੇ ਹੀ ਲਾ ਕੇ ਦੇਖਦੇ ਹਨ। ਦੇਖ ਮਨਾ ਹਜੂਰ ਕੀ ਕਹਿ ਰਹੇ ਹਨ, ਮਨ ਰੇ ਸਾਚਾ ਗਹੁ ਵਿਚਾਰਾ। ਮਹਾਰਾਜ ਜੀ ਕਹਿੰਦੇ ਹਨ, ਸੱਚ ਦੀ ਵਿਚਾਰ ਆਪਣੇ ਹਿਰਦੇ ਵਿੱਚ ਗ੍ਰਹਿਣ ਕਰ ਲਾ। ਹਜੂਰ ਕੀ ਹੈ ਸੱਚ ਦੀ ਵਿਚਾਰ? ਮਹਾਰਾਜ ਜੀ ਸਾਨੂੰ ਪਤਾ ਹੀ ਨਹੀਂ ਲੱਗਦਾ, ਇੰਨੀ ਉਮਰ ਲੰਘ ਗਈ ਹੈ, ਤੁਸੀਂ ਸਾਨੂੰ ਕਿਰਪਾ ਕਰਕੇ ਦੱਸਣਾ ਕਰੋ ਜੀ। ਰਾਮ ਨਾਮ ਬਿਨ ਮਿਥਿਆ ਮਾਨੋ। ਮਹਾਰਾਜ ਜੀ ਫਰਮਾਉਂਦੇ ਹਨ ਕਿ ਰਾਮ ਦੇ ਨਾਮ ਤੋਂ ਬਿਨਾ, ਇੱਕ ਅਕਾਲ ਪੁਰਖ ਵਾਹਿਗੁਰੂ ਤੇ ਨਾਮ ਤੋਂ ਬਿਨਾ ਜੋ ਇਹ ਸੰਸਾਰ ਦਾ ਜਿੰਨਾ ਪਸਾਰਾ ਹੈ, ਇਸ ਨੂੰ ਮਿਥਿਆ ਮਾਨੋ। ਮਿਥਿਆ ਤੋਂ ਭਾਵ ਸਾਧ ਸੰਗਤ ਜੀ ਜੋ ਹੋਵੇ ਨਾ ਪਰ ਦਿਖੇ। ਹਜੂਰ ਕਹਿੰਦੇ ਹਨ, ਸੁਪਨੇ ਦੀ ਨਿਆਈ ਇਸ ਸੰਸਾਰ ਨੂੰ ਜਾਣੋ। ਸਗਰੋ ਇਹ ਸੰਸਾਰਾ। ਸਗਰੋ ਇਹੋ ਸੰਸਾਰਾ। ਮਹਾਰਾਜ ਜੀ ਸੁਪਨੇ ਦੀ ਨਿਆਈ ਕੀ ਜਾਣੀਏ? ਹਜੂਰ ਆਂਦੇ ਹਨ, ਜਿੰਨਾ ਵੀ ਇਹ ਸੰਸਾਰ ਦਾ ਪਸਾਰਾ ਹੈ, ਤੂੰ ਸਵੇਰੇ ਉੱਠ ਕੇ ਦੌੜਦਾ ਹੈ, ਤੇਰੇ ਮਨ ਵਿੱਚ ਇੰਨੇ ਫਿਕਰ ਲੱਗੇ ਰਹਿੰਦੇ ਹਨ। ਹਜੂਰ ਕਹਿੰਦੇ ਹਨ, ਇਹ ਸਭ ਮਿਥਿਆ ਹੈ, ਭਾਵ ਤੈਨੂੰ ਸਿਰਫ ਦਿਖਾਈ ਦੇ ਰਿਹਾ ਹੈ, ਪਰ ਇਹ ਹੈ ਨਹੀਂ। ਇਸ ਵਿਚਾਰ ਨੂੰ ਆਪਣੇ ਹਿਰਦੇ ਵਿੱਚ ਗੁਰਸਿੱਖੋ ਗ੍ਰਹਿਣ ਕਰ ਲਵੋ। ਤਾਂ ਸਾਧ ਸੰਗਤ ਜੀ ਜੋ ਪ੍ਰੇਮ ਵਾਲੇ ਗੁਰਸਿੱਖ ਹਨ,
ਕਹਿੰਦੇ ਹਨ ਹੱਥ ਜੋੜ ਕੇ ਹਜੂਰ, ਸਾਨੂੰ ਤਾਂ ਇਹ ਸੰਸਾਰ ਸੱਚ ਪ੍ਰਤੀਤ ਹੁੰਦਾ ਹੈ, ਤੁਸੀਂ ਕਹਿੰਦੇ ਹੋ ਇਹ ਸੁਪਨੇ ਦੀ ਨਿਆਈ ਹਨ। ਉਹ ਫਿਰ ਵੀ ਹੱਥ ਜੋੜ ਕੇ ਕਹਿੰਦੇ ਹਨ ਮਹਾਰਾਜ ਜੀ ਜੋ ਆਪ ਜੀ ਕਹਿੰਦੇ ਹੋ ਇਹ ਸੱਤ ਹੈ। ਹਜੂਰ ਐਸੀ ਬੁੱਧੀ ਵੀ ਬਖਸ਼ੋ ਮਹਾਰਾਜ ਜੀ, ਕਿਉਂਕਿ ਹਜੂਰ ਜੇ ਆਪ ਕਿਰਪਾ ਕਰੋਗੇ ਸਾਡੇ ਤੇ ਹਜੇ ਨਹੀਂ ਸਮਝ ਆ ਰਿਹਾ, ਪਰ ਕਦੇ ਤਾਂ ਸਮਝ ਪਵੇਗਾ। ਮਹਾਰਾਜ ਜੀ ਤੁਹਾਡੇ ਬਚਨ ਸੱਤ ਹਨ, ਪਰ ਮੇਰੇ ਮਨ ਵਿੱਚ ਹੀ ਮਹਾਰਾਜ ਜੀ ਸ਼ੰਕਾ ਉੱਠਦਾ ਹੈ। ਮੈਨੂੰ ਇਹ ਸਭ ਰਿਸ਼ਤੇਦਾਰ ਧੀਆਂ ਪੁੱਤਰ ਇਸ ਤਰ੍ਹਾਂ ਲੱਗਦੇ ਨੇ ਜਿਵੇਂ ਮੈਨੂੰ ਬੜਾ ਪ੍ਰੇਮ ਕਰਦੇ ਨੇ, ਸੱਚ ਪ੍ਰਤੀਤ ਹੁੰਦਾ ਹੈ, ਪਰ ਹਜੂਰ ਜੋ ਆਪ ਫਰਮਾਉਂਦੇ ਹੋ ਉਹ ਹਜੂਰ ਸੱਚ ਹੈ, ਮੈਨੂੰ ਹਜੇ ਸਮਝ ਨਹੀਂ ਆ ਰਿਹਾ। ਕਿਰਪਾ ਕਰਕੇ ਹਜੂਰ ਸਾਡੇ ਗਰੀਬਾਂ ਤੇ ਵੀ ਮਿਹਰ ਕਰੋ। ਇਸੇ ਤਰ੍ਹਾਂ ਆਰੰਭ ਤੇ ਹੀ ਮਨ ਰੇ ਸਾਚਾ ਗਹੋ ਵਿਚਾਰਾ। ਮਹਾਰਾਜ ਜੀ ਕਹਿੰਦੇ ਹਨ ਇਸ ਵਿਚਾਰ ਨੂੰ ਆਪਣੇ ਹਿਰਦੇ ਵਿੱਚ ਗ੍ਰਹਿਣ ਕਰ ਲਵੋ। ਹਜੂਰ ਕਿਹੜੀ ਵਿਚਾਰ? ਹਜੂਰ ਕਹਿੰਦੇ ਹਨ ਬਿਨ ਹਰ ਨਾਮ ਨਾ ਬਾਚਨ ਪੈ ਹੈ। ਮਹਾਰਾਜ ਜੀ ਕਹਿੰਦੇ ਹਨ ਬਿਨਾ ਅਕਾਲ ਪੁਰਖ ਵਾਹਿਗੁਰੂ ਤੋਂ, ਦੇਖ ਨਾਮ ਤੋਂ ਬਿਨਾ ਜਪੇ ਤੋਂ ਕੋਈ ਵੀ ਇਸ ਸੰਸਾਰ ਵਿੱਚ ਬਚ ਕੇ ਨਹੀਂ ਗਿਆ। 14 ਲੋਕ ਜਾਹੇ ਬਸ ਕੀਨੇ, ਤਾਤੇ ਕਹਾਂ ਪਲੈ ਹੈ। ਮਹਾਰਾਜ ਜੀ ਕਹਿੰਦੇ ਹਨ 14 ਲੋਕਾਂ ਦੇ ਵਿੱਚ ਇਸ ਕਾਲ ਤੋਂ ਕੋਈ ਨਹੀਂ ਬਚਿਆ, ਭਾਵ ਮੌਤ ਅਟਲ ਸਚਾਈ ਹੈ। ਸਾਧ ਸੰਗਤ ਜੀ ਆਪ ਜੀਆਂ ਨੇ ਕੱਲ ਧੰਨ ਭਾਈ ਸ਼ਬੇਗ ਸਿੰਘ ਜੀ, ਧੰਨ ਭਾਈ ਸ਼ਾਹਬਾਜ਼ ਸਿੰਘ ਜੀਆਂ ਦਾ ਇਤਿਹਾਸ ਸ਼ਰਵਣ ਕੀਤਾ ਸੀ। ਜਿਸ ਤਰ੍ਹਾਂ ਉਹਨਾਂ ਨੂੰ ਪੁੱਛਿਆ ਸੀ ਕਿ ਤੁਸੀਂ ਮੁਸਲਮਾਨ ਬਣ ਜਾਵੋ, ਜਿਨ੍ਹਾਂ ਦਾ ਆਪਾਂ ਧਿਆਨ ਧਰ ਕੇ ਅਰਦਾਸ ਵਿੱਚ ਕਹਿੰਦੇ ਹਾਂ ਚਰਖੜੀਆਂ ਤੇ ਚੜੇ, ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ਼੍ਰੀ ਵਾਹਿਗੁਰੂ। ਉਹਨਾਂ ਦਾ ਇਤਿਹਾਸ ਜਦੋਂ ਆਖਿਆ ਮੁਸਲਮਾਨ ਬਣ ਜਾਵੋ ਤੁਸੀਂ, ਤੁਹਾਨੂੰ ਜਗੀਰਾਂ ਦਿੱਤੀਆਂ ਜਾਣਗੀਆਂ, ਛੱਡ ਦੇਵਾਂਗੇ ਤੁਹਾਨੂੰ। ਉਸ ਸਮੇਂ ਕਿਹਾ ਸੀ ਹੇ ਬਾਦਸ਼ਾਹ, ਹੇ ਨਵਾਬ, ਜੇ ਅਸੀਂ ਮੁਸਲਮਾਨ ਬਣ ਗਏ ਭਲਾ ਸਾਨੂੰ ਮੌਤ ਨਹੀਂ ਆਊਗੀ। ਉਸ ਸਮੇਂ ਸਾਧ ਸੰਗਤ ਜੀ ਜੋ ਉਹਨਾਂ ਨੇ ਬਚਨ ਕਹੇ ਸੀ ਹਮ ਕਾਰਨ ਗੁਰ ਕੁਲ ਹੈ ਗਵਾਈ, ਹਮ ਕੁਲ ਰਾਖੈ ਕਵਨ ਵਡਾਈ। ਨਵਾਬ ਕਹਿੰਦਾ ਹੈ ਤੇਰਾ ਇੱਕ ਪੁੱਤਰ ਹੈ, ਤੇਰੀ ਕੁਲ ਰਹਿ ਆਵੇਗੀ ਸੰਸਾਰ ਦੇ ਵਿੱਚ। ਇਸ ਸੰਸਾਰ ਦੇ ਵਿੱਚ ਪੁੱਤਰਾਂ ਨਾਲ ਹੀ ਜੜ ਲੱਗਦੀ ਹੈ। ਧੰਨ ਭਾਈ ਸ਼ਬੇਗ ਸਿੰਘ ਜੀ ਕਹਿੰਦੇ ਹਨ ਸਾਡੇ ਕਰਕੇ ਹਜੂਰ ਦੇ ਵੀ 4 ਸਾਹਿਬਜ਼ਾਦੇ ਸਨ, ਹਜੂਰ ਨੇ ਇੱਕ ਵੀ ਨਾਂ ਸੀ ਰੱਖਿਆ। ਹਜੂਰ ਨੇ ਕਿਹਾ ਸੀ ਖਾਲਸੇ ਵੱਲ ਹੱਥ ਕਰਕੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ 4 ਮੁਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਇਹ ਮਹਾਰਾਜ ਜੀਆਂ ਦੇ ਸਾਧ ਸੰਗਤ ਜੀ ਬਚਨ ਸੀ। ਜਿਸ ਸਮੇਂ ਭਾਈ ਦਇਆ ਸਿੰਘ ਜੀ ਕਹਿੰਦੇ ਹਨ, ਜਿਸ ਸਮੇਂ ਸਾਧ ਸੰਗਤ ਜੀ ਬਾਬਾ ਅਜੀਤ ਸਿੰਘ ਜੀ ਅੱਖਾਂ ਦੇ ਸਾਹਮਣੇ ਅਣਗਿਣਤ ਫੱਟ ਖਾ ਕੇ ਸ਼ਹੀਦ ਹੋ ਗਏ ਸੀ। ਧੰਨ ਬਾਬਾ ਸਾਧ ਸੰਗਤ ਜੀ ਅਜੀਤ ਜੁਝਾਰ ਸਿੰਘ ਜੀ ਜਿਸ ਸਮੇਂ ਜੰਗ ਦੇ ਮੈਦਾਨ ਨੂੰ ਤੁਰਨ ਲੱਗੇ, ਭਾਈ ਦਇਆ ਸਿੰਘ ਜੀ ਆਦਿਕ ਗੁਰਸਿੱਖ ਕਹਿੰਦੇ ਹਨ ਹਜੂਰ ਇੱਕ ਰੱਖ ਲਵੋ, ਸੰਸਾਰ ਦੇ ਵਿੱਚ ਆਪਣੀ ਵੀ ਮਹਾਰਾਜ ਜੀ ਕੁੱਲ ਰਹਿ ਜਾਵੇਗੀ। ਹਜੂਰ ਕਹਿੰਦੇ ਸਨ ਭਾਈ ਦਇਆ ਸਿੰਘ ਜੀ ਕੋਈ ਫਰਕ ਹੈ ਤੁਹਾਡੇ ਤੇ ਇਹਦੇ ਵਿੱਚ? ਹਮ ਕਾਰਨ ਗੁਰ ਕੁਲ ਹੈ ਗਵਾਈ, ਹਮ ਕੁਲ ਰਾਖੈ ਕਵਨ ਵਡਾਈ। ਉਸ ਸਮੇਂ ਜਿਸ ਤਰ੍ਹਾਂ ਭਾਈ ਸ਼ਬੇਗ ਸਿੰਘ ਜੀਆਂ ਨੇ ਕਿਹਾ ਸੀ ਫਿਰ ਕਿਤੇ ਮੌਤ ਨਹੀਂ ਆਉਣੀ, ਇਸ ਤੋਂ ਚੰਗਾ ਹੈ ਜਿਲਤ ਦੀ ਜ਼ਿੰਦਗੀ ਨਾਲੋਂ, ਭਾਵ ਭੇਡਾਂ ਤੇ ਬੱਕਰੀਆਂ ਬਣਨ ਨਾਲੋਂ ਸ਼ੇਰ ਦੀ ਨਿਆਈ ਜੰਗ ਦੇ ਮੈਦਾਨ ਵਿੱਚ ਜੂਝਦੇ ਹੋਏ ਜਿਸ ਤਰ੍ਹਾਂ ਕਹਿੰਦੇ ਸੀ ਸ਼ਹੀਦੀ ਪ੍ਰਾਪਤ ਕਰਨੀ। ਭਾਵ ਇਸੇ ਤਰ੍ਹਾਂ ਹਜੂਰ ਕਹਿ ਰਹੇ ਹਨ 14 ਲੋਕ ਜਾਹੇ ਬਸ ਕੀਨੇ, ਤਾਤੇ ਕਹਾਂ ਪਲੈ ਹੈ। ਭਾਵ ਕਈ ਅੱਜ ਸੁੱਖਾਂ ਦੇ ਵਿੱਚ, ਭਾਵ ਸੁੱਖਾਂ ਦੀ ਬਹੁਲਤਾ ਹੈ, ਇਸ ਦੇ ਵਿੱਚ ਭੁੱਲ ਜਾਂਦੇ ਹਨ। ਕਈ ਸਾਧ ਸੰਗਤ ਜੀ ਧਰਮ ਤੋਂ ਮੁੱਕਰ ਜਾਂਦੇ ਹਨ, ਪਰ ਹਜੂਰ ਕਹਿੰਦੇ ਹਨ 14 ਲੋਕਾਂ ਦੇ ਵਿੱਚ ਵੇਖ ਲਾ ਇਸ ਕਾਲ ਨੇ ਕਿਸੇ ਨੂੰ ਵੀ ਨਹੀਂ ਛੱਡਿਆ, ਤੂੰ ਕਿੱਥੇ ਭੱਜ ਕੇ ਚਲੇ ਜਾਵੇਂਗਾ। ਰਾਮ ਰਹੀਮ ਉਬਾਰ ਨਾ ਸਕ ਹੈ, ਜਾ ਕਰ ਨਾਮ ਰਟੈ ਹੈ। ਬ੍ਰਹਮਾ ਬਿਸ਼ਨ ਰੁਦਰ ਸੂਰਜ ਸਸ, ਤੇ ਬਸ ਕਾਲ ਸਭੈ ਹੈ। ਮਹਾਰਾਜ ਜੀ ਕਹਿੰਦੇ ਹਨ ਬ੍ਰਹਮਾ ਜਿਸ ਨੂੰ ਉਤਪਤੀ ਦਾ ਮੰਨਿਆ ਜਾਂਦਾ ਹੈ, ਵਿਸ਼ਨੂੰ ਜਿਸ ਨੂੰ ਸਾਧ ਸੰਗਤ ਜੀ ਭੰਡਾਰੀ ਭਾਵ ਭੰਡਾਰੇ ਲਾਉਣ ਵਾਲਿਆ ਮੰਨਿਆ ਜਾਂਦਾ ਹੈ, ਰੁਦਰ ਸ਼ਿਵ ਜੀ। ਮਹਾਰਾਜ ਜੀ ਕਹਿੰਦੇ ਹਨ ਸੂਰਜ ਤੇ ਸੱਸ ਭਾਵ ਚੰਦਰਮਾ ਆਦਿਕ ਤੇ ਸੂਰਜ, ਇਹ ਸਭ ਸਾਧ ਸੰਗਤ ਜੀ ਘਟਦੇ ਜਾ ਰਹੇ ਹਨ। ਸੂਰਜ ਵੀ ਦਿਨੋਂ ਦਿਨ ਸਾਧ ਸੰਗਤ ਜੀ ਜਿਸ ਤਰ੍ਹਾਂ એનર્ਜੀ ਛੱਡਦਾ ਹੈ ਉਹ ਵੀ ਘਟਦਾ ਜਾ ਰਿਹਾ ਹੈ। ਘਟੰਤ ਭਾਵ ਇਹ ਸਭ ਚੀਜ਼ਾਂ ਘਟਦੀਆਂ ਜਾ ਰਹੀਆਂ ਹਨ। ਹਜੂਰ ਕਹਿੰਦੇ ਹਨ ਦੇਖ
ਤੂੰ ਆਪਣੇ ਮਨ ਵਿੱਚ ਕੈਸਾ ਵਿਚਾਰ ਧਾਰੀ ਫਿਰਦਾ ਹੈ? ਆਪਣੇ ਆਪ ਨੂੰ ਸੋਚਦਾ ਹੈ ਮੈਂ ਸਦਾ ਅਮਰ ਰਹਿਣਾ ਹੈ। ਮਹਾਰਾਜ ਜੀ ਕਹਿੰਦੇ ਹਨ, ਦੇਖ ਸੂਰਜ, ਧਰਤੀ, ਚੰਦਰਮਾ ਸਭ ਕਾਲ ਦੇ ਅਧੀਨ ਹਨ। ਮੌਤ ਸਭ ਨੂੰ ਆ ਕੇ ਵਿਆਪਦੀ ਹੈ। ਵੇਦ, ਪੁਰਾਣ, ਕੁਰਾਨ ਸਭੈ ਮਤ, ਜਾ ਕਹਿ ਨੇਤ ਕਹਿ ਹੈ। ਇਹ ਵੇਦ, ਪੁਰਾਣ, ਕੁਰਾਨ ਦੇਖ ਜਿਹਨੂੰ ਨਮਸਕਾਰਾਂ ਕਰਦੇ ਹਨ ਅਕਾਲ ਪੁਰਖ ਵਾਹਿਗੁਰੂ ਨੂੰ, ਇੰਦਰ, ਫੁਨਿੰਦਰ, ਮੁਨਿੰਦਰ ਕਲਪ ਬਹੁ, ਧਿਆਵਤ ਧਿਆਨ ਨਾ ਐ ਹੈ। ਜਾ ਕਰ ਰੂਪ ਰੰਗ ਨਹਿ ਜਨੀਅਤ, ਸੋ ਕਿਮ ਸਿਆਮ ਕਹਿ ਹੈ। ਛੁਟਿਓ ਕਾਲ ਜਾਲ ਤੇ ਤਬ ਹੀ, ਤਾਹੇ ਚਰਨ ਲਪਟੈ ਹੈ। ਮਹਾਰਾਜ ਜੀ ਕਹਿੰਦੇ ਹਨ, ਤੂੰ ਕਾਲ ਦੇ ਜਾਲ ਚੋਂ ਛੁੱਟ ਜਾਵੇਂਗਾ ਜੇ ਤੂੰ ਮਹਾਰਾਜ ਜੀਆਂ ਦਾ ਨਾਮ ਜਪਣ ਲੱਗ ਜਾਵੇਂਗਾ। ਕਿਉਂਕਿ ਸਾਧ ਸੰਗਤ ਜੀ ਤਤ ਦਾ ਗਿਆਨ ਹੋ ਆਉਂਦਾ ਹੈ। ਜਿਸ ਸਮੇਂ ਹਜੂਰ ਨੂੰ ਪ੍ਰੇਮ ਨਾਲ ਕੋਈ ਗੁਰਸਿੱਖ ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਕਲਯੁਗ ਦੇ ਵਿੱਚ ਸ਼੍ਰੀ ਗੁਰ ਰਾਜ ਅਬ ਚੱਲ ਅਟਲ ਆਦਿ ਪੁਰਖ ਫਰਮਾਇਓ, ਹਜੂਰ ਦੇ ਅੱਗੇ ਪ੍ਰੇਮ ਨਾਲ ਆ ਕੇ ਮੱਥਾ ਟੇਕ ਕੇ ਕਹਿੰਦਾ ਹੈ, ਮਹਾਰਾਜ ਜੀ ਮੈਂ ਗਰੀਬ ਹਾਂ ਹਜੂਰ, ਮੇਰੇ ਦਿਮਾਗ ਵਿੱਚ ਕੋਈ ਗੱਲ ਨਹੀਂ ਪੈਂਦੀ, ਮੁਗਧ ਮੂਰਖ ਹਾਂ ਹਜੂਰ, ਕਿਰਪਾ ਕਰੋ। ਤਾਂ ਸਾਧ ਸੰਗਤ ਜੀ ਹਜੂਰ ਦੇ ਚਰਨਾਂ ਕਮਲਾਂ ਤੇ ਮੱਥਾ ਰੱਖਣ ਨਾਲ ਹੀ ਬ੍ਰਹਮ ਦਾ ਗਿਆਨ ਹੋ ਜਾਂਦਾ ਹੈ। ਉਹ ਗੁਰਸਿੱਖ ਸਾਧ ਸੰਗਤ ਜੀ ਇਸ ਦੇਹੀ ਨੂੰ ਫਿਰ ਦੇਹ ਨਹੀਂ ਮੰਨਦੇ। ਚਰਖੜੀ ਚੱਲ ਰਹੀ ਹੈ, ਭਾਈ ਸ਼ਬੇਗ ਸਿੰਘ ਜੀ ਦੇਖ ਰਹੇ ਹਨ, ਉਸ ਦਾ 18 ਸਾਲ ਦਾ ਪੁੱਤਰ ਭਾਈ ਸ਼ਹਿਬਾਜ਼ ਸਿੰਘ ਜੀ ਸਾਧ ਸੰਗਤ ਜੀ ਲਾਇਕ ਪੁੱਤਰ ਹੈ, ਵਿਦਿਆ ਦੇ ਵਿੱਚ ਗਿਆਤਾ ਹੈ। ਅਤੇ ਸਾਧ ਸੰਗਤ ਜੀ ਜਿਸ ਸਮੇਂ ਮੱਥੇ ਦੇ ਵਿੱਚ ਜਿਸ ਤਰ੍ਹਾਂ ਚੱਕਰੀ ਚੱਲੀ ਹੈ, ਦੰਦੇ ਵਿੱਚ ਖੁੱਭ ਗਏ ਹਨ। ਭਾਈ ਸ਼ਹਿਬਾਜ਼ ਸਿੰਘ ਜੀ ਕਹਿੰਦੇ ਹਨ, ਭਾਈ ਸ਼ਬੇਗ ਸਿੰਘ ਜੀ ਦੇਖ ਕੇ ਆਪਣੇ ਪੁੱਤਰ ਨੂੰ ਕਿ ਧੰਨ ਹੈ ਪੁੱਤਰਾ, ਤੇਰੀ ਜਨਮ ਦੇਣ ਵਾਲੀ ਮਾਤਾ ਧੰਨ ਹੈ, ਧੰਨ ਹੈ ਚਰਖੜੀ ਤੇ ਧੰਨ ਹੈ ਇਹ ਨਵਾਬ ਤੇ ਧੰਨ ਹੈ ਇਸ ਦਾ ਦੀਨ ਜੋ ਸਾਨੂੰ ਸ਼ਹੀਦ ਕਰ ਰਿਹਾ ਹੈ। ਕਿਉਂਕਿ ਸਾਧ ਸੰਗਤ ਜੀ ਜਦੋਂ ਨਾਮ ਜਪਿਆ ਹੋਵੇ, ਮਗਨ ਭਇਓ ਪ੍ਰਿਆ ਪ੍ਰੇਮ ਸਿਓ, ਸੂਦ ਨਾ ਸਿਮਰਤ ਅੰਗ। ਐਸੇ ਗੁਰਸਿੱਖ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਵਿੱਚ ਮਗਨ ਹੋ ਜਾਂਦੇ ਹਨ। ਅੰਗਾਂ ਪ੍ਰਤੰਗਾਂ ਤੇ ਆਰੇ ਚੱਲਦੇ ਹਨ, ਰੰਬੀਆਂ ਫਿਰਦੀਆਂ ਹਨ ਖੋਪਰਿਆਂ ਤੇ। ਕਹਿੰਦੇ ਹਨ ਮਹਾਰਾਜ ਜੀ ਆਪ ਜੀਆਂ ਦਾ ਨਾਮ ਨਹੀਂ ਵਿਸਰਨਾ ਚਾਹੀਦਾ, ਸਰੀਰ ਦੀ ਤਾਂ ਸੋਝੀ ਨਹੀਂ ਰਹਿੰਦੀ। ਇਹ ਹਜੂਰ ਕਹਿੰਦੇ ਹਨ ਸੱਚ ਦੀ ਵਿਚਾਰ ਹੈ, ਤੂੰ ਵੀ ਪ੍ਰੇਮ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਲਿਟ ਜਾ, ਇਸੇ ਤਰ੍ਹਾਂ ਹੀ ਮਨ ਰੇ। ਮਨ ਰੇ ਸਾਚਾ ਗਹੁ ਵਿਚਾਰੋ। ਮਹਾਰਾਜ ਜੀ ਆਪ ਜੀ ਕਹਿ ਰਹੇ ਹੋ ਕਿ ਸੱਚ ਦੀ ਵਿਚਾਰ ਨੂੰ ਗ੍ਰਹਿਣ ਕਰ ਲਾ। ਇਹ ਜੋ ਸੱਚ ਦੀ ਵਿਚਾਰ ਹਜੂਰ ਕਿਹੜੀ ਹੈ? ਹਜੂਰ ਫਰਮਾਉਂਦੇ ਹਨ, ਪ੍ਰਾਣੀ ਹੇ ਪ੍ਰਾਣਾ ਧਾਰੀ ਜੀਵ, ਪਰਮ ਪੁਰਖ ਪੱਗ ਲਾਗੋ। ਦੇਖ ਤੂੰ ਕਿੰਨਾ ਦੇ ਚਰਨਾਂ ਵਿੱਚ ਡਿੱਗਿਆ ਫਿਰਦਾ ਹੈ। ਕਈ ਰਾਂ ਸਾਧ ਸੰਗਤ ਜੀ ਤੁੱਛ ਭਾਵ ਜੋ ਦੁਨਿਆਵੀ ਜੀਵ ਹਨ, ਬੰਦਾ ਉਹਨਾਂ ਦੇ ਅੱਗੇ ਐਸਾ ਸਮਾਂ ਬਣਦਾ ਹੈ, ਲਿੜਕੜੀਆਂ ਕੱਢਦਾ ਹੈ, ਆਸਾਂ ਲਾ ਕੇ ਜਾਂਦਾ ਹੈ, ਉਹ ਵੀ ਅੱਗੋਂ ਠੁੱਡਾ ਮਾਰ ਦਿੰਦੇ ਹਨ। ਕਈ ਵਾਰੀ ਸਾਧ ਸੰਗਤ ਜੀ ਜੇ ਕਿਤੇ ਭੀੜ ਪੈ ਜਾਵੇ, ਐਸੇ ਰਿਸ਼ਤੇਦਾਰਾਂ ਦੇ ਅੱਗੇ ਵੀ ਬੰਦਾ ਬਹੁਤ ਹਾੜੇ ਕੱਢਦਾ ਹੈ, ਪਰ ਕੋਈ ਸਾਥ ਨਹੀਂ ਦਿੰਦਾ। ਪਰ ਹਜੂਰ ਕਹਿੰਦੇ ਹਨ, ਪ੍ਰਾਣੀ ਪਰਮ ਪੁਰਖ ਪੱਗ ਲਾਗੋ। ਦੇਖ ਤੈਨੂੰ ਯਕੀਨ ਹੀ ਨਹੀਂ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਖਤ ਤੇ ਸੱਜ ਬੈਠੇ ਹਨ। ਹਜੂਰ ਸਾਡੇ ਗਰੀਬਾਂ ਵਾਸਤੇ ਅੰਮ੍ਰਿਤ ਵੇਲੇ ਤੋਂ ਆ ਕੇ ਕਿਉਂ ਨਹੀਂ ਹਜੂਰ ਦੇ ਤੂੰ ਚਰਨਾਂ ਵਿੱਚ ਲੱਗਦਾ? ਸੋਵਤ ਕਹਾ ਮੋਹ ਨਿੰਦਰਾ ਮੈਂ, ਕਬਹੂ ਸੁਚਿਤ ਹਵੈ ਜਾਗੋ। ਮਹਾਰਾਜ ਜੀ ਕਹਿੰਦੇ ਹਨ, ਦੇਖ ਤੂੰ ਮੋਹ ਦੀ ਨਿੰਦਰਾ ਦੇ ਵਿੱਚ, ਨੀਂਦ ਵਿੱਚ ਸੌ ਗਿਆ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਇਸ ਨੂੰ ਪ੍ਰਤੀਤ ਹੁੰਦਾ ਹੈ ਪੁੱਤਰ ਧੀਆਂ ਮੇਰੇ ਨੇ। ਸਾਧ ਸੰਗਤ ਜੀ ਜਿਸ ਤਰ੍ਹਾਂ ਆਪ ਜੀਆਂ ਨੇ ਬੇਅੰਤ ਵਾਰ ਸਾਖੀ ਸੁਣੀ ਹੈ, ਉਹ ਇੱਕ ਬਜ਼ੁਰਗ ਹੋ ਗਿਆ ਤੇ ਉਹਦੇ ਪੁੱਤਰ ਨੇ ਭਾਵ ਉਸ ਨੂੰ ਸਿਰ ਤੋਂ ਪਕੜ ਕੇ ਬਾਹਰ ਗਲੀ 'ਚ ਸੁੱਟ ਦਿੱਤਾ। ਗੁਰੂ ਘਰ ਦਾ ਅੱਗੋਂ ਭਾਵ ਜੋ ਪਾਠੀ ਸਿੰਘ ਬਾਬਾ ਜੀ ਆਉਂਦੇ ਸੀ, ਉਹ ਕਹਿੰਦੇ ਹਨ, ਬਜ਼ੁਰਗੋ ਆਓ ਤੁਹਾਨੂੰ ਮੈਂ ਗੁਰੂ ਘਰ ਲੈ ਜਾਂਦਾ ਹਾਂ। ਇਹ ਪੁੱਤਰ ਤਾਂ ਤੇਰੀ ਸਾਰ ਨਹੀਂ ਰੱਖਦੇ, ਤੈਨੂੰ ਮੈਂ ਨਾਲ ਲੈ ਜਾਂਦਾ ਹਾਂ। ਆਓ ਨਾਲੇ ਆਪਾਂ ਬਾਣੀ, ਨਾਲੇ ਉਮਰ ਸਫਲ ਹੋ ਜਾਵੇਗੀ, ਨਾਲੇ ਸਾਧ ਸੰਗਤ ਜੀ ਸੇਵਾ ਕਰਿਆ ਕਰੋ, ਪ੍ਰਸ਼ਾਦਾ ਉੱਥੋਂ ਛਕਿਆ ਕਰੋ। ਅੱਗੋਂ ਕਹਿੰਦਾ ਹੈ ਐਸਾ ਮੋਹ ਦਾ ਮਾਰਿਆ ਹੈ, ਕਹਿੰਦਾ ਹੈ ਬਾਬਾ ਆਪ ਤਾਂ ਤੂੰ ਘਰੋਂ ਕੱਢਿਆ ਹੈ, ਮੈਨੂੰ ਕੈਸੀ ਤੂੰ ਸਿੱਖਿਆ ਦਿੰਦਾ ਹੈ? ਫਿਰ ਕੀ ਹੋਇਆ, ਮੇਰੇ ਪੁੱਤਰਾਂ ਨੇ ਹੀ ਮਾਰਿਆ ਹੈ। ਹਜੂਰ ਕਹਿੰਦੇ ਹਨ ਮੋਹ ਦੀ ਨੀਂਦ ਦੇ ਵਿੱਚ
ਭਾਵ ਐਸਾ ਜੀਵ ਸੁਤਾ ਪਿਆ ਹੈ, ਸੋਵਤ ਕਹਾ ਮੋਹ ਨਿੰਦਰਾ ਮੈਂ, ਕਬਹੂ ਸੁਚਿਤ ਹਵੈ ਜਾਗੋ। ਹਜੂਰ ਕਹਿੰਦੇ ਹਨ ਕਦੇ ਤਾਂ ਆਪਣੇ ਮਨ ਨੂੰ ਪ੍ਰਬੋਧਿਆ ਕਰ, ਕਦੇ ਤਾਂ ਹਜੂਰ ਦੀ ਸ਼ਰਨ ਵਿੱਚ ਆਇਆ ਕਰ। ਹਜੂਰ ਕਹਿੰਦੇ ਹਨ ਅੱਗੇ ਔਰਨ ਕਹਾ ਉਪਦੇਸਤ ਹੈ ਪਸ, ਤੋਹੇ ਪ੍ਰਬੋਧ ਨਾ ਲਾਗੋ। ਦੇਖ ਤੂੰ ਦੂਜਿਆਂ ਨੂੰ ਤਾਂ ਬੜੀ ਸਿੱਖਿਆ ਦਿੰਦਾ ਹੈ, ਏਦਾਂ ਨਾਮ ਜਪਣਾ ਚਾਹੀਦਾ ਹੈ, ਪਰ ਆਪਣੇ ਮਨ ਦੇ ਵਿੱਚ ਵਿਚਾਰ ਕਰਕੇ ਦੇਖ, ਕਦੇ ਆਪਣੇ ਮਨ ਨੂੰ ਵੀ ਪ੍ਰਬੋਧਿਆ ਹੀ। ਦੂਜਿਆਂ ਨੂੰ ਦੱਸਦਾ ਹੈ ਸੰਸਾਰ ਦੇ ਵਿੱਚ ਇਸ ਤਰ੍ਹਾਂ ਦਿਸ਼ਾ ਹੈ, ਸੰਸਾਰ ਦੀ ਐ ਚੱਲਣਾ ਚਾਹੀਦਾ, ਐ ਖਾਈਦਾ, ਐ ਪੀਦਾ। ਹਜੂਰ ਕਹਿੰਦੇ ਹਨ ਆਪਣੇ ਮਨ ਨੂੰ ਵੀ ਕਦੇ ਪ੍ਰਬੋਧਿਆ ਹੈ। ਹਜੂਰ ਕਹਿੰਦੇ ਹਨ ਦੇਖ ਆਪਣੇ ਅੰਦਰ ਹਾਲਤ, ਜਿਸ ਤਰ੍ਹਾਂ ਸਿੰਚਤ ਕਹਾ ਪਰੇ ਵਿਖਿਆਨ ਕਹੈ, ਕਬਹੂ ਵਿਖੈ ਰਸ ਤਿਆਗੋ। ਸਦਾ ਹੀ ਵਿਸ਼ਿਆਂ ਦੇ ਵਿੱਚ ਭੱਜਦਾ ਰਹਿੰਦਾ ਹੈ। ਦੇਖ ਕਿਤੇ ਤੂੰ ਰੂਪ ਵੇਖ ਲੈਂਦਾ ਹੈ, ਤੇਰੇ ਮਨ ਦੇ ਵਿੱਚ ਜਦੋਂ ਫੁਰਨੇ ਉੱਠਦੇ ਨੇ, ਸਭ ਜਪ ਤਪ ਕੀਤਾ ਤੇਰਾ ਨਾਸ਼ ਹੋ ਜਾਂਦਾ ਹੈ। ਸਿੰਚਤ ਭਾਵ ਉਹਨਾਂ ਨੂੰ ਬੀਜਣ ਵਾਸਤੇ ਕੀ ਨਹੀਂ ਕਰਦਾ, ਰੂਪ ਦੇਖ ਕੇ ਲੱਟੂ ਹੋਇਆ ਰਹਿੰਦਾ ਹੈ, ਪਿੱਛੇ ਭੱਜ ਕੇ ਜਾਂਦਾ ਹੈ। ਰਾਤ ਨੂੰ ਜਾਗ ਜਾ ਕੇ ਤੂੰ ਕੁਕਰਮਾਂ ਵਾਸਤੇ ਜਾਗਦਾ ਹੈ। ਜੇ ਬੰਦਗੀ ਵਾਸਤੇ ਜਾਗਣਾ ਪਵੇ ਤਾਂ ਸਾਧ ਸੰਗਤ ਜੀ ਜਿਸ ਤਰ੍ਹਾਂ ਕਹਿੰਦੇ ਹਨ ਮੌਤ ਹੀ ਆ ਜਾਂਦੀ ਹੈ ਸਰੀਰ ਦੇ ਵਿੱਚ, ਇਸ ਤਰ੍ਹਾਂ ਹਜੂਰ ਕਹਿੰਦੇ ਹਨ ਜੇ ਵਿਸ਼ਿਆਂ ਨੂੰ ਸੰਚਣਾ ਹੋਵੇ ਤਾਂ ਬੜਾ ਜਾਗਦਾ ਹੈ। ਮਹਾਰਾਜ ਜੀ ਕਹਿੰਦੇ ਹਨ ਕਬਹੂ ਵਿਖੈ ਰਸ ਤਿਆਗੋ, ਕਦੇ ਤਾਂ ਇਹਨਾਂ ਦੇ ਵਿਸ਼ਿਆਂ ਦਾ ਰਸ ਤਿਆਗਣ ਬਾਰੇ ਮਨ ਵਿੱਚ ਸੋਚ। ਅੱਗੇ ਹਜੂਰ ਕਹਿੰਦੇ ਹਨ ਕੇਵਲ ਕਰਮ ਭਰਮ ਸੇ ਚੀਨੋ, ਧਰਮ ਕਰਮ ਅਨਰਾਗੋ। ਸਦਾ ਹੀ ਜਿਹੜੇ ਤੂੰ ਕਰਮ ਕਰਦਾ ਹੈ ਭਰਮ ਵਿੱਚ ਪੈ ਕੇ ਕਰਦਾ ਹੈ, ਕਦੇ ਧਰਮ ਦੇ ਕਰਮ ਵਾਸਤੇ ਵੀ ਉੱਠਿਆ ਕਰ। ਜੇ ਪੁੱਤਰ ਤੇਰਾ ਘਰ ਦੇ ਵਿੱਚ ਸਾਧ ਸੰਗਤ ਜੀ ਕੋਈ ਬੁਰੇ ਕੰਮ ਕਰਦਾ ਹੈ ਤਾਂ ਕਹਿੰਦਾ ਹੈ ਨਹੀਂ ਛੋਟਾ ਹੈ ਹਜੇ, ਕੋਈ ਨਾ ਵੱਡਾ ਹੋ ਕੇ ਸੁਧਰ ਜਾਏਗਾ। ਸਾਧ ਸੰਗਤ ਜੀ ਜੇ ਛੋਟੇ ਹੁੰਦੇ ਹੀ ਨਾ ਸਮਝਾਇਆ, ਵੱਡੇ ਹੁੰਦੇ ਫਿਰ ਹੱਥਾਂ ਚੋਂ ਨਿਕਲ ਜਾਂਦੇ ਹਨ। ਇਸੇ ਤਰ੍ਹਾਂ ਸਾਧ ਸੰਗਤ ਜੀ ਬੇਅੰਤ ਜ਼ਿਕਰ ਆਉਂਦੇ ਹਨ। ਧੰਨ ਸਾਧ ਸੰਗਤ ਜੀ ਜਦੋਂ ਮਹਾਰਾਜਾ ਦਲੀਪ ਸਿੰਘ ਜੀ ਆਏ ਸੀ, ਮਹਾਰਾਣੀ ਜਿੰਦ ਕੌਰ ਜੀ ਜਿਸ ਸਮੇਂ ਮਿਲਣ ਗਏ ਤਾਂ ਸਾਧ ਸੰਗਤ ਜੀ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਲਗਭਗ 21 ਸਾਲਾਂ ਬਾਅਦ ਆਪਣੇ ਪੁੱਤਰ ਨੂੰ ਮਿਲੇ ਸੀ। ਮਹਾਰਾਣੀ ਦੀਆਂ ਨੇਤਰ ਦੀ ਜੋਤ ਚਲੀ ਗਈ ਸੀ ਪੁੱਤਰ ਦੇ ਮੋਹ ਵਿੱਚ ਕਿ ਪੁੱਤਰ ਦੇ ਦਰਸ਼ਨ ਕੀਤਿਆਂ ਇੰਨਾ ਚਿਰ ਹੋ ਗਿਆ, ਅੱਜ ਪੁੱਤਰ ਨੂੰ ਮਿਲਣਾ ਹੈ। ਜਿਸ ਸਮੇਂ ਮਹਾਰਾਜਾ ਦਲੀਪ ਸਿੰਘ ਜੀ ਆਉਂਦੇ ਹਨ ਕਲਕੱਤੇ, ਜਿਸ ਤਰ੍ਹਾਂ ਉਹਨਾਂ ਦੀ ਮਿਲਣੀ ਹੋਈ, ਜਿਸ ਸਮੇਂ ਛਾਤੀ ਨਾਲ ਲਾਇਆ, ਸਭ ਤੋਂ ਪਹਿਲਾਂ ਮਾਤਾ ਜੀਆਂ ਨੇ ਆਪਣੇ ਪੁੱਤਰ ਦੇ ਸੀਸ ਤੇ ਹੱਥ ਫੇਰਿਆ, ਦੇਖਿਆ ਇਹਦੇ ਸਿਰ ਤੇ ਕੇਸ ਨਹੀਂ ਹਨ, ਉਸੇ ਵੇਲੇ ਧੱਕਾ ਮਾਰ ਕੇ ਪਰਾਂ ਕਰ ਦਿੱਤਾ। ਮਾਤਾ ਨੇ ਕਿਹਾ ਸੀ ਸਾਧ ਸੰਗਤ ਜੀ, ਕਹਿੰਦੀ ਹੈ ਮੇਰਾ ਪੁੱਤਰ ਨਹੀਂ ਹੈ, ਕਿਉਂਕਿ ਮੈਂ ਆਪਣੇ ਪੁੱਤਰ ਨੂੰ ਨਿੱਕੇ ਹੁੰਦੇ ਲੱਸੀ ਦਹੀਂ ਨਾਲ ਇਹਦੇ ਕੇਸ ਬੜੇ ਲੰਮੇ ਵਧਾਏ, ਭਾਵ ਸੋਹਣੇ ਸੀ ਕੀਤੇ। ਮਹਾਰਾਣੀ ਜੀ ਕਹਿੰਦੇ ਹਨ ਤੁਸੀਂ ਮੇਰੇ ਭਾਵ ਨੇਤਰਾਂ ਤੋਂ ਹੀਣੀ ਹੋਣ ਦਾ ਤੁਸੀਂ ਮਜ਼ਾਕ ਬਣਾਇਆ ਹੈ। ਉਸ ਸਮੇਂ ਮਹਾਰਾਜਾ ਦਲੀਪ ਸਿੰਘ ਨੇ ਕਿਹਾ ਸੀ ਮਾਤਾ ਜੀ ਮੈਂ ਹੁਣ ਤੁਹਾਡਾ ਉਹੀ ਦਲੀਪ ਸਿੰਘ ਬਣ ਕੇ ਆਵਾਂਗਾ। ਇੱਕ ਮਾਂ ਚਾਵੇ ਸਾਧ ਸੰਗਤ ਜੀ ਉਸ ਦੇ ਪੁੱਤਰ ਨੂੰ ਗੁਰਸਿੱਖ ਬਣਨ ਤੋਂ, ਦੁਨੀਆ ਵਿੱਚ ਐਸੀ ਕੋਈ ਤਾਕਤ ਨਹੀਂ ਹੈ ਜੋ ਰੋਕ ਸਕੇ, ਪਰ ਢਿੱਲ ਹੈ ਆਪਣੇ ਵਿੱਚ ਹੈ। ਆਪਾਂ ਹੀ ਕਹਿ ਦਿੰਦੇ ਹਾਂ ਕੋਈ ਨਾ ਸਮਝ ਜਾਵੇਗਾ ਸਮਾਂ ਪੈਣ ਤੇ। ਫਿਰ ਸਾਧ ਸੰਗਤ ਜੀ ਜਦੋਂ ਸਮਾਂ ਪੈਂਦਾ ਹੈ, ਮਾਵਾਂ ਕੀ ਸਭ ਕੰਮ ਛੱਡ ਕੇ ਜਿਹੜੇ ਸਾਧ ਸੰਗਤ ਜੀ ਘਰ ਦੇ ਸਾਰੇ ਜੀ ਪੁੱਤਰ ਨੂੰ ਲੈ ਕੇ ਗੁਰੂ ਘਰਾਂ ਵਿੱਚ ਆਉਂਦੇ ਨੇ, ਬਾਬਾ ਜੀ ਸਿੱਖਿਆ ਦੇਵੋ, ਅਸੀਂ ਵੀ ਸਮਾਂ ਕੱਢ ਕੇ ਆਵਾਂਗੇ। ਫਿਰ 4-4 ਘੰਟੇ ਲੰਗਰਾਂ 'ਚ ਸੇਵਾ ਕਰਦੇ ਵੀ ਦੇਖੇ ਨੇ ਨਾਲ ਲਾ ਕੇ ਕਿ ਪੁੱਤਰ ਵੀ ਸੇਵਾ ਕਰੇ, ਸਾਰੀ ਫੈਮਿਲੀ ਸੇਵਾ ਕਰਦੀ ਹੈ। ਜੇ ਪਹਿਲਾਂ ਹੀ ਸਮਾਂ ਕੱਢਿਆ ਹੁੰਦਾ ਆਪਣੇ ਪੁੱਤਰਾਂ ਵਾਸਤੇ, ਇੱਥੇ ਦਿਨ ਦੇ ਵਿੱਚ ਸ਼ਾਮ ਨੂੰ ਸੰਥਿਆ ਦੀਆਂ ਕਲਾਸਾਂ ਤੇ ਲੈ ਕੇ ਜਾਂਦੇ, ਸਵੇਰੇ ਗੱਤਕਾ ਖਿਡਾਉਂਦੇ, ਕਸਰਤ ਹੁੰਦੀ ਸਰੀਰ ਦੀ, ਤਾਂ ਸਾਧ ਸੰਗਤ ਜੀ ਜੇ ਕਮੀ ਹੈ ਦੇਖੋ ਕਿੱਥੇ ਹੈ। ਫਿਰ ਕਹਿੰਦੇ ਹਨ ਪੁੱਤਰ ਆਖੇ ਨਹੀਂ ਲੱਗਦੇ। ਆਪ ਸਾਧ ਸੰਗਤ ਜੀ ਜਦੋਂ ਕਹਿੰਦੇ ਹਨ ਮੈਂ ਪੁੱਤਰ ਵੱਲੋਂ ਤੰਗ ਹਾਂ, ਮੈਨੂੰ ਤਾਂ ਇਹ ਗੱਲ ਹੀ ਨਹੀਂ ਸੁਣਦਾ, ਸੁਣੇ ਵੀ ਕਿਵੇਂ ਸਾਧ ਸੰਗਤ ਜੀ, ਕਿਉਂਕਿ ਜੇ ਇਤਿਹਾਸ ਸੁਣਾਇਆ ਹੁੰਦਾ ਸਾਡੇ ਬਜ਼ੁਰਗਾਂ ਦਾ, ਆਪ ਨੂੰ ਕੁਝ ਪਤਾ ਨਹੀਂ। ਘਰ ਵਿੱਚ ਕੋਈ ਸਾਧ ਸੰਗਤ ਜੀ ਇੱਕ ਵੀ ਜੀ ਉੱਠ ਕੇ ਨਿਤਨੇਮ ਨਹੀਂ ਕਰਦਾ, ਸਵੇਰੇ ਹੀ ਉੱਠਦਿਆਂ ਗਾਣੇ ਸ਼ੁਰੂ ਹੋ ਜਾਂਦੇ ਨੇ। ਤਾਂ ਜਿੱਥੇ ਪ੍ਰਸ਼ਾਦਾ ਤਿਆਰ ਕਰੀਦਾ ਘੱਟੋ ਘੱਟ ਉੱਥੇ ਸਾਧ ਸੰਗਤ ਜੀ ਫੋਨ ਨਹੀਂ ਲੈ ਕੇ ਜਾਣਾ ਚਾਹੀਦਾ।
ਪਰ ਸਾਧ ਸੰਗਤ ਜੀ ਫੋਨ ਤੋਂ ਬਿਨਾਂ ਤਾਂ ਮਾਵਾਂ ਤੋਂ ਪ੍ਰਸ਼ਾਦੇ ਨਹੀਂ ਪੱਕਦੇ। ਇਹ ਸਾਧ ਸੰਗਤ ਜੀ ਅੱਜ ਦੀ ਹਾਲਤ ਹੈ, ਪਰ ਇਹ ਚੀਜ਼ਾਂ ਅਸਰ ਕਰਦੀਆਂ ਹਨ ਬੱਚਿਆਂ ਦੀਆਂ ਸਿਹਤਾਂ ਤੇ। ਸਾਧ ਸੰਗਤ ਜੀ ਇੱਥੋਂ ਤੀਕਰ ਕਿ ਘਰ ਵਿੱਚ ਲੱਗੀਆਂ ਹੋਈਆਂ ਤਸਵੀਰਾਂ ਇਹ ਵੀ ਬੱਚੇ ਦੇ ਜੋ ਸਰੀਰ ਤੇ ਭਾਵ ਮਾਨਸਿਕ ਤੌਰ ਤੇ ਬੜਾ ਪ੍ਰਭਾਵ ਦਿਖਾਉਂਦੀਆਂ ਹਨ। ਜੇ ਲੋੜ ਹੈ ਸਾਧ ਸੰਗਤ ਜੀ, ਜੇ ਚਾਹੁੰਦੇ ਹੋ ਕਿ ਬੱਚੇ ਸੁਧਰਨ ਤਾਂ ਇਤਿਹਾਸ ਦੀ ਕਥਾ, ਗੁਰਬਾਣੀ ਦੀ ਕਥਾ ਛੋਟੇ ਹੁੰਦਿਆਂ ਹੀ ਉਹਨਾਂ ਨੂੰ ਤੋਰ ਦਿੱਤਾ ਜਾਵੇ, ਇਸ ਬੰਨੇ ਲਾ ਦਿੱਤਾ ਜਾਵੇ। ਪਰ ਲਾਉਣ ਕੌਣ? ਆਪ ਤਾਂ ਸਾਧ ਸੰਗਤ ਜੀ ਪੈਸੇ ਕਮਾਉਣ ਵਿੱਚ ਮਗਨ ਹੁੰਦੇ ਹਨ। ਫਿਰ ਉਹੀ ਪੈਸੇ ਜਦੋਂ ਹਜੂਰ ਕਹਿੰਦੇ ਹਨ ਇਹ ਗ੍ਰਹਿਣ ਕਰ ਲਾ ਮਨ ਵਿੱਚ ਵਿਚਾਰ ਸੱਚ ਦੀ, ਨਰ ਅਚੇਤ ਪਾਪ ਤੇ ਡਰ ਰੇ। ਮਹਾਰਾਜ ਜੀ ਕਹਿੰਦੇ ਹਨ ਅਚੇਤ ਪਾਪਾਂ ਤੋਂ ਵੀ ਡਰਿਆ ਕਰ। ਪਰ ਜਦੋਂ ਸਾਧ ਸੰਗਤ ਜੀ ਬੰਦਾ ਕਮਾਈ ਕਰਦਾ ਹੈ, ਜਿਹੜੇ ਦੂਜੇ ਇੰਟਰਨੈਸ਼ਨਲ ਸਟੂਡੈਂਟ ਆਏ ਹਨ, ਫਿਰ ਉਹਨਾਂ ਨੂੰ ਵੀ ਨਹੀਂ ਦੇਖਦਾ, ਉਹਨਾਂ ਦੀ ਕਈ ਵਾਰ ਤਨਖਾਹ ਮਾਰ ਲੈਂਦਾ ਹੈ। ਇੱਥੋਂ ਤੱਕ ਸਾਧ ਸੰਗਤ ਜੀ ਕਿਰਾਏ ਇੰਨੇ ਵਧਾਏ ਹੁੰਦੇ ਹਨ, ਕਹਿੰਦਾ ਮੈਨੂੰ ਕੌਣ ਦੇਖਦਾ ਹੈ। ਫਿਰ ਉਹੀ ਪੁੱਤਰ ਅੱਗੇ ਸਾਧ ਸੰਗਤ ਜੀ ਫਲ ਤਾਂ ਮਿਲਣਾ ਹੀ ਹੈ, ਨਿਕਲਣੇ ਹੀ ਹੈ ਕਿਸੇ ਤਰੀਕੇ ਨਾਲ ਪੈਸੇ। ਮਹਾਰਾਜ ਜੀ ਕਹਿੰਦੇ ਹਨ ਇਸ ਵਿਚਾਰ ਨੂੰ ਹਿਰਦੇ ਵਿੱਚ ਗ੍ਰਹਿਣ ਕਰ ਲਾ। ਸਾਧ ਸੰਗਤ ਜੀ ਇਹ ਸੰਸਾਰ ਦੀ ਹਾਲਤ ਐਸੀ ਹੈ ਕਿ ਬਾਹਰੋਂ ਤਾਂ ਬੰਦਾ ਧਰਮੀ ਦਿਖਦਾ ਹੈ, ਗੁਰੂ ਘਰ ਆ ਕੇ ਕਹਿੰਦਾ ਹੈ ਮੈਂ ਬੜਾ ਧਰਮੀ ਹਾਂ, ਲਿਬਾਸ ਵੀ ਐਸਾ ਪਾ ਲੈਂਦਾ ਹੈ। ਪਰ ਜਦੋਂ ਸਾਧ ਸੰਗਤ ਜੀ ਬਾਹਰ ਸੜਕ ਤੇ ਤੁਰਦਾ ਹੈ, ਉੱਥੇ ਹੀ ਸਾਧ ਸੰਗਤ ਜੀ ਕੋਈ ਧਰਮ ਦਾ ਇਹਦੇ ਨਾਮੋ ਨਿਸ਼ਾਨ ਨਹੀਂ ਰਹਿੰਦਾ। ਪਰ ਜਿਸ ਦਿਨ ਬੰਦਾ ਇਹ ਧਰਮੀ ਬਾਹਰ ਵੀ ਜਿਸ ਤਰ੍ਹਾਂ ਤੁਰੇਗਾ ਆਪਣੇ ਲਿਬਾਸ ਪਾ ਕੇ, ਉਸ ਦਿਨ ਇਸ ਸੰਸਾਰ ਦੀ ਦਸ਼ਾ ਬਦਲ ਜਾਵੇਗੀ। ਜਿਸ ਤਰ੍ਹਾਂ ਸਾਧ ਸੰਗਤ ਜੀ ਕਿਹਾ ਕਰਦੇ ਹਨ ਮੁਸਲਮਾਨ ਕਿ ਅੱਲਾ, ਜਿਸ ਤਰ੍ਹਾਂ ਭਗਤ ਜੀ ਕਹਿੰਦੇ ਹਨ ਅੱਲਾਹ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇਰਾ। ਭਗਤ ਜੀ ਕਹਿੰਦੇ ਹਨ ਜੇ ਤੂੰ ਸਮਝਦਾ ਹੈ ਅੱਲਾ ਸਿਰਫ ਮਸੀਤ ਵਿੱਚ ਵਸਦਾ ਹੈ, ਭਾਵ ਉੱਥੇ ਮੱਕੇ ਵਿੱਚ, ਤੇ ਜਿਹੜੇ ਦੂਜੇ ਮੁਲਕ ਨੇ ਉਹ ਕਹਿੰਦੇ ਨੇ। ਜਿਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਘਰੇ ਆ ਕੇ ਬੜਾ ਹੱਥ ਜੋੜ ਕੇ ਐ ਮਿੱਠਾ ਬੋਲਦਾ, ਸੋਹਣਾ ਐ ਬਣ ਕੇ ਬਹਿ ਜਾਂਦਾ ਹੈ, ਪਰ ਬਾਹਰ ਸਾਧ ਸੰਗਤ ਜੀ ਸੰਸਾਰ ਦੀ ਭਾਵ ਇਨਸਾਨ ਦੀ ਹਾਲਤ ਐਸੀ ਨਹੀਂ ਰਹਿੰਦੀ। ਮਹਾਰਾਜ ਜੀ ਕਹਿੰਦੇ ਹਨ ਜੇ ਅੱਲਾ ਵਾਹਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੁਆਰੇ ਵਿੱਚ ਵਸਦੇ ਨੇ, ਬਾਹਰ ਦੇਖ ਬਾਹਰ ਕੌਣ ਫਿਰ ਵਸ ਰਿਹਾ ਹੈ। ਇਸੇ ਤਰ੍ਹਾਂ ਹਿੰਦੂ ਮੂਰਤ ਨਾਮ ਨਿਵਾਸੀ ਦੋਹ ਮਹਿ ਤਤ ਨਾ ਹੇਰਾ। ਜੇ ਹਿੰਦੂ ਕਹਿੰਦੇ ਹਨ ਭਗਵਾਨ ਮੂਰਤ ਵਿੱਚ ਵਸਦਾ ਹੈ, ਤਾਂ ਭਗਤ ਜੀ ਕਹਿੰਦੇ ਹਨ ਦੋਵਾਂ ਨੇ ਤਤ ਦੀ ਗੱਲ ਨੂੰ ਤਾਂ ਜਾਣਿਆ ਹੀ ਨਹੀਂ, ਬਾਕੀ ਜੀਵਾਂ ਵਿੱਚ ਕੌਣ ਵਸ ਰਿਹਾ ਹੈ। ਇੱਥੋਂ ਤੀਕਰ ਹਜੂਰ ਕਹਿੰਦੇ ਹਨ ਦੱਖਣ ਦੇਸ਼ ਹਰੀ ਕਾ ਬਾਸਾ ਪੱਛਮ ਅੱਲ੍ਹ ਮੁਕਾਮਾ। ਜੇ ਤੂੰ ਕਹਿੰਦਾ ਹੈ ਜਗਨਨਾਥਪੁਰੀ ਦੱਖਣ ਨੂੰ, ਸਾਧ ਸੰਗਤ ਜੀ ਦਿਸ਼ਾਵਾਂ ਵਿੱਚ ਵੀ ਕਈ ਮੰਨਦੇ ਹਨ ਕਿ ਜਿਸ ਤਰ੍ਹਾਂ ਦੱਖਣ ਨੂੰ ਜਗਨਨਾਥਪੁਰੀ ਵੱਲ ਜਿਸ ਤਰ੍ਹਾਂ ਹਿੰਦੂ ਮੰਨਦੇ ਹਨ, ਤੇ ਜਿਹੜੇ ਪੂਰਬ ਦੀ ਦਿਸ਼ਾ ਨੂੰ ਮੁਸਲਮਾਨ ਵੀਰ ਭਾਵ ਪੱਛਮ ਨੂੰ ਵਾਹਿਗੁਰੂ ਮੁਸਲਮਾਨ ਵੀਰ ਸਲਾਮਾਂ ਕਰਦੇ ਹਨ। ਅਕਾਲ ਪੁਰਖ ਵਾਹਿਗੁਰੂ ਕਹਿੰਦੇ ਹਨ ਕਿ ਜੇ ਇਹਨਾਂ ਦਿਸ਼ਾਵਾਂ ਵਿੱਚ ਹੀ ਤੂੰ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਿਆ, ਦਿਲ ਮਹਿ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮਕਾਮਾ। ਪਰ ਮਹਾਰਾਜ ਜੀ ਕਹਿੰਦੇ ਹਨ ਆਪਣੇ ਦਿਲ ਵਿੱਚ ਆਪਣੇ ਨਿਗਾਹ ਮਾਰ ਕੇ ਦੇਖ, ਦਿਲ ਨੂੰ ਖੋਜਿਆ ਕਰ ਕਿ ਅਕਾਲ ਪੁਰਖ ਵਾਹਿਗੁਰੂ ਤਾਂ ਹਰੇਕ ਵਿੱਚ ਵਸਦਾ ਹੈ। ਜੇ ਤੂੰ ਕਿਸੇ ਨਾਲ ਧੱਕਾ ਕਰੇਗਾ, ਤੇਰਾ ਬੀਜਿਆ ਹੋਇਆ ਬੀਜ ਅੱਗੇ ਤੈਨੂੰ ਫਲ ਦੇਵੇਗਾ। ਮਹਾਰਾਜ ਜੀ ਕਹਿੰਦੇ ਹਨ ਪਾਪਾਂ ਤੋਂ ਡਰਿਆ ਕਰ ਤੇ ਨਾਮ ਜਪਿਆ ਕਰ। ਇਸ ਵਿਚਾਰ ਨੂੰ ਆਪਣੇ ਹਿਰਦੇ ਵਿੱਚ ਗ੍ਰਹਿਣ ਕਰ ਲਾ। ਜਤਰ ਤਤਰ ਦਿਸ਼ਾ ਵਿਸਾ ਹੋਏ ਫੈਲਿਓ ਅਨੁਰਾਗ, ਜਿੱਧਰ ਕਿੱਧਰ ਜਿਹੜੀ ਮਰਜੀ ਦਿਸ਼ਾ ਵੱਲ ਤੱਕ ਲਾ। ਅਨੁਰਾਗ ਤੋਂ ਭਾਵ ਹੈ ਪ੍ਰੇਮ। ਪ੍ਰੇਮ ਦੀ ਮੂਰਤੀ ਅਕਾਲ ਪੁਰਖ ਵਾਹਿਗੁਰੂ ਸਭ ਵਿੱਚ ਵਸ ਰਿਹਾ ਹੈ, ਤੇ ਸਭ ਦਾ ਸਤਿਕਾਰ ਕਰਿਆ ਕਰ। ਇਸੇ ਤਰ੍ਹਾਂ ਹੀ ਮਨ ਰੇ ਮਨ ਰੇ ਸਾਚਾ ਗਹੁ ਵਿਚਾਰਾ। ਮਹਾਰਾਜ ਜੀ ਕਹਿੰਦੇ ਹਨ ਇਸ ਵਿਚਾਰ ਨੂੰ ਹਿਰਦੇ ਵਿੱਚ ਗ੍ਰਹਿਣ ਕਰ ਲਾ। ਹਜੂਰ ਕਿਹੜੀ ਵਿਚਾਰ? ਹਜੂਰ ਕਹਿੰਦੇ ਹਨ ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁ ਭਾਤ ਬਚਾਵੈ। ਰੋਗਾਂ ਤੋਂ ਦੇਖ ਤੈਨੂੰ ਸੋਗਾਂ ਤੋਂ ਅਤੇ ਸਾਧ ਸੰਗਤ ਦੀ ਜਲਾਂ ਦੇ ਜੀਵ ਜੰਤੂ ਤੋਂ ਤੇ ਜਲ ਵਿੱਚੋਂ ਡੁੱਬਣ ਤੋਂ ਬਹੁਤ ਭਾਂਤ ਤੈਨੂੰ ਕੌਣ ਬਚਾ ਕੇ ਰੱਖਿਆ ਹੈ? ਕਾਲ ਪੁਰਖ ਵਾਹਿਗੁਰੂ ਨੇ। 70 ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਣ ਪਾਵੈ। ਜੇ ਸ਼ਤਰੂ ਤੇਰੇ ਉੱਪਰ ਕਿਰਪਾਨ ਲੈ ਕੇ ਖੜ ਜਾਵੇ, ਜੇ ਕਾਲ ਪੁਰਖ ਵਾਹਿਗੁਰੂ ਤੇਰੇ ਵੱਲ ਹੋਣ, ਤੇਰੇ ਤਨ ਤੇ ਇੱਕ ਵੀ ਖਰੋਚ ਨਹੀਂ ਆ ਸਕਦੀ, ਉਹ ਵਾਲ ਨਹੀਂ ਵਿੰਗਾ ਹੋਣ ਦੇਵੇਗਾ ਤੇਰਾ।
ਪਰ ਤੂੰ ਭਰੋਸਾ ਰੱਖ। ਸਤਰ ਅਨੇਕ ਚਲਾਵਤ ਘਾਵ, ਤਉ ਤਨ ਏਕ ਨਾ ਲਾਗਣ ਪਾਵੈ। ਰਾਖਤ ਹੈ, ਜਿਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਹਨ, ਦੇਖ ਰਾਖਦਾ ਹੈ ਤੈਨੂੰ ਕਾਲ ਪੁਰਖ ਵਾਹਿਗੁਰੂ। ਮਾਤਾ ਦੇ ਉਦਰ ਵਿੱਚ ਜਿਸ ਨੇ ਤੈਨੂੰ ਬਚਾ ਕੇ ਰੱਖਿਆ ਹੈ, ਤੈਨੂੰ ਇੱਥੇ ਨਾ ਬਚਾ ਕੇ ਰੱਖੇਗਾ। ਦੇਖ ਤੂੰ ਆਪਣੇ ਹਿਰਦੇ ਵਿੱਚ ਇਹ ਸੱਚ ਦੀ ਵਿਚਾਰ ਹੈ, ਤੂੰ ਗ੍ਰਹਿਣ ਕਰ ਲਾ। ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਢਹਿ ਪਾ। ਇਸੇ ਤਰ੍ਹਾਂ ਹੀ ਮਨ ਰੇ ਸਾਚਾ ਗਹੁ ਵਿਚਾਰਾ। ਮਹਾਰਾਜ ਜੀ ਕੀ ਹੈ ਸੱਚ ਦੀ ਵਿਚਾਰ, ਤੁਸੀਂ ਸਾਨੂੰ ਹਜੂਰ ਦੱਸਣਾ ਕਰੋ। ਤਾਂ ਹਜੂਰ ਕਹਿੰਦੇ ਹਨ, ਜਿਸ ਤਰ੍ਹਾਂ ਸਾਧ ਸੰਗਤ ਜੀ ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਨਣਾ ਗੁਰ ਨਾਉ। ਮਹਾਰਾਜ ਜੀ ਕਹਿੰਦੇ ਹਨ, ਅੰਦਰ ਆਪਣੇ ਵਾਹਿਗੁਰੂ ਦਾ ਨਿਵਾਸ ਕਰ ਲਾ। ਤਾਂ ਜਿਹਵਾ ਤੇ ਵੀ ਹਰ ਸਮੇਂ ਮਿੱਠਾ ਬੋਲ ਬੋਲਿਆ ਕਰ। ਜੀਭ ਤੇ ਵੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਨਿਵਾਸ ਕਰ ਲਾ। ਨੇਤਰਾਂ ਵਿੱਚ ਵੀ ਨੈਣ ਬੈਣ, ਭਾਵ ਆਪਣੇ ਨੇਤਰਾਂ ਵਿੱਚ ਬੋਲਾਂ ਦੇ ਵਿੱਚ ਨੇਤਰੀ ਸਤਿਗੁਰ ਪੇਖਣਾ। ਜਦੋਂ ਤੂੰ ਕਿਸੇ ਦਾ ਰੂਪ ਦੇਖਦਾ ਹੈ, ਐ ਦੇਖਿਆ ਕਰ ਮੈਂ ਸਤਿਗੁਰੂ ਨੂੰ ਵੇਖ ਰਿਹਾ ਹਾਂ, ਫਿਰ ਤੇਰੇ ਮਾੜਾ ਭਾਵ ਨਹੀਂ ਫੁਰੇਗਾ। ਸ਼ਰਵਣੀ ਸੁਣਨਾ ਗੁਰ ਨਾਉ, ਜੇ ਕਿਸੇ ਦੀ ਭਾਵ ਨਿੰਦਾ ਵੀ ਸੁਣਦਾ ਹੈ ਤਾਂ ਮਨ ਨੇਤਰਾਂ ਨੂੰ ਸਮਝਾਇਆ ਕਰ, ਇਹ ਨੇਤਰ ਨਾਮ ਸੁਣਨ ਵਾਸਤੇ ਦਿੱਤੇ ਹਨ। ਸ਼ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆ, ਦਰਗਾਹ ਪਾਈਐ ਠਾਉ। ਜਿਸ ਤਰ੍ਹਾਂ ਸਾਧ ਸੰਗਤ ਜੀ ਫਿਰ ਦਰਗਾਹ ਦੇ ਵਿੱਚ ਕਿਸ ਤਰ੍ਹਾਂ ਹਜੂਰ ਥਾਂ ਮਿਲਦੀ ਹੈ, ਭਾਈ ਡੱਲਾ ਸਿੰਘ ਜੀਆਂ ਨੇ ਪੁੱਛਿਆ ਸੀ। ਜਿਸ ਤਰ੍ਹਾਂ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੁੱਖ ਲੈ ਰਹੇ ਸੀ, ਤਾਂ ਉਸ ਸਮੇਂ ਭਾਈ ਡੱਲਾ ਸਿੰਘ ਜੀ ਮਹਾਰਾਜ ਜੀਆਂ ਨੂੰ ਜਿਸ ਤਰ੍ਹਾਂ ਸਾਧ ਸੰਗਤ ਜੀ ਪੱਖੇ ਦੀ ਸੇਵਾ ਕਰ ਰਿਹਾ ਸੀ, ਹਜੂਰ ਨੇ 4-5 ਵਾਰੀ ਵਿੱਚੋਂ ਪੁੱਛਿਆ ਸੀ ਕਿ ਭਾਈ ਕੌਣ ਪੱਖੇ ਤੇ ਸੇਵਾ ਕਰ ਰਿਹਾ ਹੈ। ਉਸ ਸਮੇਂ ਕਹਿੰਦਾ ਹੈ ਭਾਈ ਡੱਲਾ ਹੱਥ ਜੋੜ ਕੇ, ਹਜੂਰ ਆਪ ਜੀਆਂ ਦਾ ਨਿਮਾਣਾ ਸਿੱਖ ਡੱਲਾ ਸੇਵਾ ਕਰ ਰਿਹਾ ਹੈ। ਉਸ ਸਮੇਂ ਸਾਧ ਸੰਗਤ ਜੀ ਹਜੂਰ ਨੇ ਜਿਸ ਸਮੇਂ ਐਸੀ ਨਿਮਰਤਾ ਦੇਖੀ ਭਾਈ ਡੱਲਾ ਜੀਆਂ ਦੇ, ਤਾਂ ਉਸ ਸਮੇਂ ਹਜੂਰ ਨੂੰ ਆਖਿਆ ਸੀ, ਪੁੱਛਿਆ ਸੀ ਹਜੂਰ ਨੇ, ਮੰਗ ਭਾਈ ਡੱਲਿਆ ਕੀ ਮੰਗਦਾ ਹੈ। ਉਸ ਸਮੇਂ ਭਾਈ ਡੱਲੇ ਨੇ ਕਿਹਾ ਸੀ, ਹਜੂਰ ਸੱਚਖੰਡ ਵਿੱਚ ਆਪ ਜੀਆਂ ਦੇ ਚਰਨਾਂ ਵਿੱਚ ਥੋੜੀ ਜੀ ਜਗ੍ਹਾ ਬਖਸ਼ਿਓ। ਤਾਂ ਉਸ ਸਮੇਂ ਹਜੂਰ ਨੇ ਕਿਹਾ ਸੀ, ਡੱਲਿਆ ਅੰਮ੍ਰਿਤ ਛਕਣਾ ਪਵੇਗਾ, ਜੇ ਸੱਚਖੰਡ ਵਿੱਚ ਤੈਨੂੰ ਜਗ੍ਹਾ ਚਾਹੀਦੀ ਹੈ। ਤਾਂ ਉਸ ਸਮੇਂ ਭਾਈ ਡੱਲੇ ਨੇ ਕਿਹਾ ਸੀ, ਹਜੂਰ ਮੈਂ ਤਾਂ ਚਰਨ ਪੌਲ ਲਈ ਹੋਈ ਹੈ, ਕਿਉਂਕਿ ਸਾਧ ਸੰਗਤ ਜੀ ਪਹਿਲੇ ਸਤਿਗੁਰੂ ਜੀਆਂ ਤੱਕ ਚਰਨ ਪੌਲ ਦਿੱਤੀ ਜਾਂਦੀ ਸੀ। ਤਾਂ ਹਜੂਰ ਨੇ ਕਿਹਾ ਸੀ, ਡੱਲਿਆ ਹੁਣ ਖੰਡੇ ਬਾਟੇ ਦੀ ਪੌਲ ਛਕ ਕੇ ਖਾਲਸੇ ਦੇ ਵਿੱਚ ਤੂੰ ਹੀ, ਭਾਵ ਘੋੜੇ ਚੜ ਜਾ, ਖਾਲਸੇ ਦੇ ਜਹਾਜ਼ੇ ਚੜ ਜਾ, ਫਿਰ ਤੈਨੂੰ ਸੱਚਖੰਡ ਵਿੱਚ ਜਗ੍ਹਾ ਮਿਲੇਗੀ। ਤਾਂ ਉਸ ਸਮੇਂ ਸਾਧ ਸੰਗਤ ਜੀ ਭਾਈ ਡੱਲਾ ਜੀਆਂ ਨੇ ਵੀ ਅੰਮ੍ਰਿਤ ਛਕ ਕੇ ਸਤਿਗੁਰ ਸੇਤੀ ਰਤਿਆ, ਦਰਗਾਹ ਪਾਈਐ ਠਾਉ। ਮਹਾਰਾਜ ਜੀਆਂ ਨੇ ਫਿਰ ਪਰਿਵਾਰ ਸਮੇਤ ਭਾਈ ਡੱਲਾ ਜੀਆਂ ਨੇ ਅੰਮ੍ਰਿਤ ਛਕ ਕੇ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਜਗ੍ਹਾ ਪਾਈ। ਮਹਾਰਾਜ ਜੀਆਂ ਦੇ ਚਰਨਾਂ ਦਾ ਭੌਰਾ ਹੋ ਗਿਆ, ਹਿਰਦੇ ਵਿੱਚ ਹਜੂਰ ਦੀ ਮੂਰਤ ਵਸ ਗਈ। ਮਹਾਰਾਜ ਜੀ ਕਹਿੰਦੇ ਹਨ, ਇਹ ਸੱਚ ਦੀ ਵਿਚਾਰ ਹੈ, ਤੂੰ ਵੀ ਗੁਰੂ ਕਾ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜ਼ੇ ਚੜ। ਨੇ ਗੁਰੇ ਕਾ ਹੈ ਨਾਉ ਬੁਰਾ, ਸਤਿਗੁਰ ਬਾਝੋ ਗੁਰ ਨਹੀਂ ਕੋਈ, ਨੇ ਗੁਰੇ ਕਾ ਹੈ ਨਾਉ ਬੁਰਾ। ਭਾਵ ਸਤਿਗੁਰੂ ਤੋਂ ਬਿਨਾ ਇਸ ਕਲਯੁਗ ਦੇ ਵਿੱਚ ਕੋਈ ਹੋਰ ਗੁਰੂ ਸਾਧ ਸੰਗਤ ਜੀ ਐਸੇ ਭਾਰੀ ਪ੍ਰਤਾਪ ਦੇ ਸਹਿਤ ਨਹੀਂ ਹਨ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਭਾਰੀ ਪ੍ਰਤਾਪ ਦੇ ਸਹਿਤ ਤਖਤ ਤੇ ਹਜੂਰ ਸੱਜ ਬੈਠੇ ਹਨ। ਤਾਂ ਮਹਾਰਾਜ ਜੀ ਕਹਿੰਦੇ ਹਨ, ਸਤਿਗੁਰ ਬਾਝੋ ਗੁਰ ਨਹੀਂ ਕੋਈ। ਭਾਵ ਜੇ ਕੋਈ ਨਗੁਰਾ ਹੈ, ਇਹ ਨਿਗੁਰੇ ਪੁਣੇ ਦੀ ਝੂਠ ਨੂੰ ਲਾ ਕੇ ਗੁਰੂ ਵਾਲਾ ਬਣ ਜਾਈਏ। ਤਾਂ ਸਾਧ ਸੰਗਤ ਜੀ 10 ਤਰੀਕ ਨੂੰ ਆਉਣ ਵਾਲੀ ਅਪ੍ਰੈਲ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ। ਜੇ ਕੋਈ ਸਾਧ ਸੰਗਤ ਜੀ ਅੰਮ੍ਰਿਤ ਛਕਣ ਦੀ ਜਿਸ ਦੇ ਹਿਰਦੇ ਵਿੱਚ ਹਜੂਰ ਦੇ ਚਰਨਾਂ ਦਾ ਪ੍ਰੇਮ ਜਾਗਿਆ ਹੈ, ਮਨ ਦੇ ਵਿੱਚ ਜੇ ਭਾਵਨਾ ਹੈ, ਤਾਂ ਗੁਰੂ ਦੇ ਜਹਾਜ਼ੇ ਚੜ ਕੇ ਸਾਧ ਸੰਗਤ ਜੀ ਗੁਰੂ ਵਾਲੇ ਬਣ ਜਾਈਏ। ਇਸੇ ਤਰ੍ਹਾਂ ਹੀ ਮਨ ਰੇ ਸਾਚਾ ਗਹੁ ਵਿਚਾਰਾ। ਮਹਾਰਾਜ ਜੀ ਕਹਿੰਦੇ ਹਨ, ਸਾਚਾ ਗਹੁ ਵਿਚਾਰਾ। ਕੀ ਹਜੂਰ ਕਿਹੜੀ ਸੱਚ ਦੀ ਵਿਚਾਰ ਗ੍ਰਹਿਣ ਕਰ ਲਈਏ। ਹਜੂਰ ਕਹਿੰਦੇ ਹਨ, ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਇਹ ਬੰਦਾ ਹੈ ਜੋ ਰਤਨ ਨੂੰ ਛੱਡ ਕੇ, ਰਤਨ ਕੀ ਹੈ ਸਾਧ ਸੰਗਤ ਜੀ, ਜਿਸ ਤਰ੍ਹਾਂ ਪਿੱਛੇ ਹਜੂਰ ਨੇ ਦੱਸਿਆ ਸੀ, ਜਿਸ ਤਰ੍ਹਾਂ ਨਾਮ ਮਹਾਰਾਜ ਜੀਆਂ ਦਾ ਨਾਮ ਰਤਨ ਹੈ, ਇਹ ਨਾਮ ਨੂੰ ਛੱਡ ਕੇ ਬੰਦਾ ਸਾਚ ਛੋੜ ਝੂਠ ਸੰਗ ਮਚੈ। ਭਾਵ ਇਹ ਜੋ ਸੰਸਾਰ ਦੇ ਪਦਾਰਥ ਹੈ,
ਇਹਨਾਂ ਦੇ ਨਾਲ ਰਚ ਮਿਚ ਗਿਆ ਹੈ। ਹਜ਼ੂਰ ਕਹਿੰਦੇ ਹਨ, ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜਿਸ ਸੰਸਾਰ ਨੂੰ ਛੱਡ ਕੇ ਚਲੇ ਜਾਣਾ ਹੈ। ਸਾਧ ਸੰਗਤ ਜੀ ਸਭ ਨੂੰ ਪਤਾ ਹੈ, ਅੱਖਾਂ ਦੇ ਸਾਹਮਣੇ ਦੇਖਦਾ ਹੈ। ਹਜ਼ੂਰ ਕਹਿੰਦੇ ਹਨ, ਜੋ ਪਰੋਸੀ ਦੇ ਤੇਰੇ ਕੱਲ ਮਰਗ ਹੋਈ ਹੈ, ਤੁਹਾਡੇ ਵੀ ਆਪਣੇ ਵੀ ਆ ਸਕਦੀ ਹੈ। ਹਜ਼ੂਰ ਕਹਿੰਦੇ ਹਨ ਕਿ ਇਸ ਗੱਲ ਨੂੰ ਤੂੰ ਆਪਣੇ ਹਿਰਦੇ ਵਿੱਚ ਸੱਚ ਜਾਣ, ਜੋ ਛੱਡਣਾ ਸੋ ਅਸਥਿਰ ਕਰ ਮਾਨੈ। ਭਾਵ ਇਸ ਤਰੀਕੇ ਨਾਲ ਆਪਣਾ ਘਰ ਬਣਾਉਂਦਾ ਹੈ, ਗਹਿਰੀ ਕਰਕੇ ਨੀਂਵ ਖੁਦਾਈ। ਕਹਿੰਦਾ ਹੈ ਘਰ ਦੀ ਭਾਵ ਜਿਹੜੀ ਨੀਂਹ ਹੈ ਬੜੀ ਡੂੰਘੀ ਰੱਖ ਦਵੋ, ਕਿਉਂਕਿ ਇਹ ਬੜੇ ਯੁੱਗਾਂ ਤੀਕਰ ਕੋਠੀ ਮੇਰੀ ਰਹਿਣੀ ਹੈ। ਮਹਾਰਾਜ ਜੀ ਕਹਿੰਦੇ ਹਨ ਇਹ ਸਭ ਛੱਡ ਕੇ ਚਲੇ ਜਾਣਾ ਹੈ, ਪਰ ਮੂਰਖ ਸਮਝਦਾ ਹੈ ਇਹ ਬਾਗ ਇਦਾਂ ਹੀ ਲੱਗਦਾ ਖਿੜੇ ਰਹਿਣੇ ਨੇ, ਮੌਜਾਂ ਇਦਾਂ ਹੀ ਰਹਿਣੀਆਂ ਨੇ। ਪਰ ਮਹਾਰਾਜ ਜੀ ਕਹਿੰਦੇ ਹਨ, ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਣ ਸੋ ਦੂਰ ਪਰਾਨੈ। ਭਾਵ ਜਿਸ ਮੌਤ ਨੇ ਆ ਜਾਣਾ ਹੈ ਤਾਂ ਮਨ ਵਿੱਚ ਸੋਚਦਾ ਹੈ, ਉਸ ਨੂੰ ਬੜੀ ਦੂਰ ਸਮਝੀ ਬੈਠਾ ਹੈ ਕਿ ਹਜੇ ਮੈਨੂੰ ਮੌਤ ਨਹੀਂ ਆ ਸਕਦੀ, ਮੈਂ ਬੜਾ ਲੰਮਾ ਸਮਾਂ ਜੀਣਾ ਹੈ। ਜੋ ਹੋਵਣ, ਮਹਾਰਾਜ ਜੀ ਕਹਿੰਦੇ ਹਨ, ਜੋ ਚੀਜ਼ ਵਰਤ ਜਾਣੀ ਹੈ ਉਸ ਨੂੰ ਇਹ ਪਿੱਛੇ ਪਾ ਛੱਡਦਾ ਹੈ, ਬੜੀ ਦੂਰ ਛੋੜ ਜਾਏ ਤਿਸ ਕਾ ਸ਼ਰਮ ਕਰੈ। ਸਾਰਾ ਦਿਨ ਕੰਮ ਕਾਰ ਕਰਦਾ ਹੈ। ਜਿਸ ਧਨ ਦੌਲਤ ਨੇ ਛੱਡ ਜਾਣਾ ਹੈ ਉਸ ਦੇ ਖਾਤਰ ਸਾਧ ਸੰਗਤ ਜੀ ਬੜੀ ਘਾਲਣਾ ਘਾਲਦਾ ਹੈ ਬੰਦਾ। ਸੰਗ ਸਹਾਈ ਤਿਸ ਪਰ ਹਰੈ, ਜਿਸ ਵਾਹਿਗੁਰੂ ਨੇ ਸਹਾਈ ਹੋਣਾ ਸੀ ਉਸ ਨੂੰ ਤਾਂ ਭੁਲਾ ਛੱਡਿਆ ਹੈ। ਮਹਾਰਾਜ ਜੀ ਕਹਿੰਦੇ ਹਨ, ਐਸੀ ਹਾਲਤ ਹੋ ਗਈ ਹੈ, ਚੰਦਨ ਲੇਪ ਉਤਾਰੈ ਧੋਏ, ਗਰਦਬ ਪ੍ਰੀਤ ਭਸਮ ਸੰਗ ਹੋਏ। ਗਧੇ ਦੀ ਨਿਆਈ ਸਾਧ ਸੰਗਤ ਜੀ, ਜੇ ਗਧੇ ਨੂੰ ਚੰਦਨ ਮਲ ਦਿੱਤਾ ਜਾਵੇ ਅਤੇ ਸਾਧ ਸੰਗਤ ਜੀ ਉਹ ਫਿਰ ਵੀ ਜਾ ਕੇ ਸਵਾਹ ਵਿੱਚ ਹੀ ਲੇਟਦਾ ਹੈ। ਇਸ ਤੋਂ ਜਿਸ ਤਰ੍ਹਾਂ ਹਜ਼ੂਰ ਫਰਮਾਉਂਦੇ ਹਨ, ਚੰਦਨ ਦੀ ਨਿਆਈ ਕਦੇ ਸੰਗਤ ਵਿੱਚ ਵੀ ਆ ਜਾਵੇ, ਚੰਗੀ ਤਰ੍ਹਾਂ ਨਵਾ ਧਵਾ ਵੀ ਦਿੱਤਾ ਜਾਵੇ ਸੰਗਤ ਵਿੱਚ, ਤੇ ਚੰਦਨ ਦੀ ਨਿਆਈ ਬਾਣੀ ਵੀ ਕੰਨਾਂ ਵਿੱਚ ਪੈ ਜਾਵੇ, ਪਰ ਫਿਰ ਜਦੋਂ ਇਹ ਬੰਦਾ ਬਾਹਰ ਸੰਸਾਰ ਵਿੱਚ ਵਿਚਰਦਾ ਹੈ, ਇੱਥੇ ਤਾਂ ਸੁਣ ਗਿਆ ਮਾੜੇ ਕੰਮ ਨਹੀਂ ਕਰਨੇ ਚਾਹੀਦੇ, ਇੱਥੇ ਤਾਂ ਸੁਣ ਗਿਆ ਕਿਸੇ ਦਾ ਦਿਲ ਨਹੀਂ ਦਿਖਾਉਣਾ, ਹਰੇਕ ਵਿੱਚ ਰੱਬ ਵਸਦਾ ਹੈ, ਇੱਥੇ ਤਾਂ ਬੜਾ ਧਾਰਮਿਕ ਬਣ ਕੇ ਬਹਿ ਗਿਆ ਕਿ ਅਸੀਂ ਬੜੇ ਵਿਦਵਾਨ ਸੰਤ ਮਹਾਤਮਾ ਹੁੰਦੇ ਹਾਂ। ਪਰ ਮਹਾਰਾਜ ਜੀ ਕਹਿੰਦੇ ਹਨ, ਇਸ ਤਰ੍ਹਾਂ ਉਹ ਵੀ ਲਾ ਲਿਆ, ਚੰਦਨ ਵੀ ਪਿੰਡੇ ਤੇ ਲਾ ਲਿਆ, ਪਰ ਇਹਦੀ ਪ੍ਰੀਤ ਜਦੋਂ ਬਾਹਰ ਜਾਂਦਾ ਹੈ ਮਨ ਦੇ ਵਿੱਚ ਵਿਸ਼ੇ ਵਿਕਾਰ ਫਿਰ ਉਦਾਂ ਛਾਲਾ ਮਾਰਦੇ ਨੇ, ਉਸੇ ਤਰ੍ਹਾਂ ਦੇ ਉਸ ਦੇ ਕਰਮ ਹੋ ਜਾਂਦੇ ਨੇ। ਸਵਾਦ ਤਾਂ ਸੀ ਜੇ ਗੁਰੂ ਘਰ ਜੈਸਾ ਬਣ ਕੇ ਬਹਿਣਾ ਹੈ, ਬਾਹਰ ਵੀ ਜਦੋਂ ਗੁਰੂ ਨਾਲ, ਭਾਵ ਜਿਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਤਾਂ ਹਮੇਸ਼ਾ ਨਾਲ ਹੈ, ਪਰ ਸਾਧ ਸੰਗਤ ਜੀ ਜਿਸ ਤਰ੍ਹਾਂ ਸਰਗੁਣ ਸਰੂਪ ਵਿੱਚ ਜੇ ਹਜ਼ੂਰ ਨਾਲ ਨਾ ਹੋਣ ਤਾਂ ਉੱਥੇ ਵੀ ਸਾਧ ਸੰਗਤ ਜੀ ਜੇ ਬੰਦਾ ਆਪਣੇ ਮਨ ਤੇ ਕੰਟਰੋਲ ਕਰੇ, ਪਤਾ ਤਾਂ ਉੱਥੇ ਲੱਗਦਾ ਹੈ ਜਦੋਂ ਕੱਲਾ ਹੋਵੇ ਤੇ ਮਨ ਦੇ ਵਿੱਚ ਕੋਈ ਫੁਰਨਾ ਹੀ ਨਾ ਉੱਠਣ ਦੇਵੇ। ਹਜ਼ੂਰ ਕਹਿੰਦੇ ਹਨ, ਗਧੇ ਦੀ ਨਿਆਈ ਫਿਰ ਇਹ ਜਾ ਕੇ ਭਸਮ ਵਿੱਚ ਵਿਕਾਰਾਂ ਵਿੱਚ ਲੇਟਦਾ ਹੈ। ਇਸ ਵਿਚਾਰ ਨੂੰ ਆਪਣੇ ਗੁਰਸਿੱਖੋ ਹਿਰਦੇ ਦੇ ਵਿੱਚ ਗਹਿਣ ਕਰ ਲਵੋ। ਅੰਧ ਕੂਪ ਮਹਿ ਪਤਤ ਵਿਕਰਾਲ, ਕਿ ਅੰਧਾ ਧਾਰ ਇਹ ਬੰਦਾ ਅੰਨਾ ਹੋ ਗਿਆ ਹੈ ਤੇ ਖੂਹ ਵਿੱਚ ਡਿੱਗ ਪਿਆ ਹੈ ਇਸ ਸੰਸਾਰ ਦੇ। ਮਹਾਰਾਜ ਜੀ ਸਾਡੇ ਵਾਸਤੇ ਅਰਦਾਸ ਕਰਦੇ ਨੇ, ਨਾਨਕ ਕਾਢ ਲੇਹੋ ਪ੍ਰਭ ਦਇਆਲ। ਮਹਾਰਾਜ ਜੀ ਅਸੀਂ ਗਰੀਬ ਹਾਂ, ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ। ਮਹਾਰਾਜ ਜੀ ਗਧੇ ਤਾਂ ਫਿਰ ਵੀ ਸਾਡੇ ਤੋਂ ਚੰਗੇ ਹੋਣਗੇ, ਪਰ ਮਹਾਰਾਜ ਜੀ ਗਧਿਆਂ ਤੋਂ ਮਾੜੇ ਹਾਂ, ਆਪ ਕਿਰਪਾ ਕਰੋ। ਮਹਾਰਾਜ ਜੀ ਖੂਹੀ ਵਿੱਚ ਡਿੱਗ ਪਏ ਹਾਂ, ਅੰਨੀ ਖੂਹੀ ਦੇ ਵਿੱਚ, ਆਪ ਜੇ ਮਹਾਰਾਜ ਜੀ ਆਪਦੀ ਬਾਂਹ ਦਵੋਗੇ ਤਾਂ ਸਾਡੇ ਵੀ ਗਰੀਬਾਂ ਦਾ ਭਲਾ ਹੋ ਜਾਵੇਗਾ। ਬਾਹੇ ਗਹੇ ਕੀ ਲਾਜ ਕਰੋ ਮੁਝ, ਹੇ ਭਗਵੰਤ ਦਇਆ ਕਰ ਤਾਰੋ। ਮਹਾਰਾਜ ਜੀ ਬਾਂਹ ਫੜੇ ਦੀ ਲਾਜ ਰੱਖ ਲਵੋ, ਆਪ ਜੀਆਂ ਦੀ ਸ਼ਰਨ ਵਿੱਚ ਢਹਿ ਪਏ ਹਾਂ। ਇਸੇ ਤਰ੍ਹਾਂ ਹੀ ਮਨ ਰੇ ਸਾਚਾ ਗਹੁ ਵਿਚਾਰ, ਮਹਾਰਾਜ ਜੀ ਕਹਿੰਦੇ ਹਨ, ਸੱਚ ਦੀ ਵਿਚਾਰ ਨੂੰ ਤੂੰ ਆਪਣੇ ਹਿਰਦੇ ਵਿੱਚ ਗ੍ਰਹਿਣ ਕਰ ਲਾ। ਜਿਸ ਤਰ੍ਹਾਂ ਸਾਧ ਸੰਗਤ ਜੀ ਸੁਣ ਅੰਧਾ ਕੈਸੇ ਮਾਰਗ ਪਾਵੈ, ਕਰ ਗਹਿ ਲੇਹੋ ਓੜ ਨਿਭਾਵੈ। ਜਿਸ ਤਰ੍ਹਾਂ ਅੰਨਾ ਹੋਵੇ ਕੋਈ, ਜੇ ਉਹਨੂੰ ਦਸੀਏ ਕਿ ਇੱਥੋਂ ਖੱਬਾ ਲੈ ਲਈ, ਉੱਥੋਂ ਸੱਜਾ 100 ਮੀਟਰ ਤੋਂ ਫਿਰ ਰਾਈਟ ਹੋ ਜੀ, ਲੈਫਟ ਹੋ ਜੀ, ਇਸ ਤਰ੍ਹਾਂ ਸਾਧ ਸੰਗਤ ਜੀ ਜੇ ਨੇਤਰੀ ਨਾ ਹੋਣ ਤਾਂ ਉਹ ਕਿੱਦਾਂ ਮਾਰਗ ਤੇ ਪੈ ਸਕਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਹਜ਼ੂਰ ਦੀ ਗੁਰਬਾਣੀ ਦੀ ਕਥਾ ਵੀ ਸੁਣਦੇ ਹਨ, ਫਿਰ ਵੀ ਉੱਪਰ ਏਦਾਂ ਹੁੰਦਾ ਹੈ, ਕਿਵੇਂ ਹੋ ਸਕਦਾ ਹੈ, ਇਹ ਤਾਂ ਗੱਲ ਹੋ ਹੀ ਨਹੀਂ ਸਕਦੀ। ਅੰਮ੍ਰਿਤ ਵੇਲੇ ਕਿੱਥੇ ਉੱਠਿਆ ਜਾਂਦਾ ਹੈ, ਉਦੋਂ ਤਾਂ ਬੈਟਰੀ ਨਹੀਂ ਚਾਰਜ ਹੁੰਦੀ। ਭਾਵ ਐਸੇ ਵਿਚਾਰ ਦਿੰਦੇ ਹਨ। ਮਹਾਰਾਜ ਜੀ ਕਹਿੰਦੇ ਹਨ, ਦੇਖ ਅੰਨਾ ਹੋ ਗਿਆ ਹੈ, ਅੰਨੇ ਤੋਂ ਭਾਵ
ਪ੍ਰੇਮ ਤੇ ਸ਼ਰਧਾ ਦੇ ਜੋ ਨੇਤਰ ਹਨ ਸਾਧ ਸੰਗਤ ਜੀ, ਉਹ ਹੈ ਹੀ ਨਹੀਂ ਇਸ ਬੰਦੇ ਦੇ। ਮਹਾਰਾਜ ਜੀ ਕਹਿੰਦੇ ਹਨ, ਕਰ ਗਹਿ ਲਿਓ ਓੜ ਨਿਭਾਵੈ। ਜੇ ਕੋਈ ਅੰਨੇ ਨੂੰ ਕੋਈ ਬਾਂਹ ਫੜ ਕੇ ਲੈ ਜਾਵੇ ਤਾਂ ਓੜ ਨਿਭ ਜਾਂਦੀ ਹੈ। ਆਪਦੀ ਬਾਂਹ ਹਜੂਰ ਨੂੰ ਫੜਾ ਕੇ ਕਹੋ, ਮਹਾਰਾਜ ਜੀ ਕਰ ਗਹਿ ਲਿਓ। ਕਰ ਨਾਮ ਹੈ ਹੱਥ ਦਾ। ਮਹਾਰਾਜ ਜੀ ਸਾਡੀ ਬਾਂਹ ਫੜ ਲਵੋ, ਓੜ ਨਿਭਾਵੈ। ਸਾਨੂੰ ਪਤਾ ਹੈ ਤੁਸੀਂ ਸਾਨੂੰ ਇਸ ਲੋਕ ਪਰਲੋਕ ਤੋਂ ਪਰੇ ਮਹਾਰਾਜ ਜੀ ਸੱਚਖੰਡ ਵਿੱਚ ਆਪਣੇ ਪਾਸ ਲੈ ਜਾਵੋਗੇ। ਇਸੇ ਤਰ੍ਹਾਂ ਹਜੂਰ ਕਹਿੰਦੇ ਹਨ, ਇਸ ਵਿਚਾਰ ਨੂੰ ਆਪਣੇ ਹਿਰਦੇ ਵਿੱਚ ਗ੍ਰਹਿਣ ਕਰ ਲਵਾ। ਕਹਾ ਬੁਝਾਰਤ ਬੁਝੈ ਡੋਰਾ। ਸਾਧ ਸੰਗਤ ਜੀ, ਜੋ ਬੋਲਾ ਹੋਵੇ ਜੇ ਉਸ ਨੂੰ ਭਾਵ ਸਿੱਧੀ ਗੱਲ ਤਾਂ ਸੁਣਦੀ ਨਹੀਂ, ਜੇ ਕੋਈ ਗੁੱਝੀ ਗੱਲ ਕੀਤੀ ਜਾਵੇ ਤਾਂ ਉਹਦੇ ਕਿੱਥੇ ਪੱਲੇ ਪੈਣੀ ਹੈ। ਤਾਂ ਨਿਸ ਕਹੀਐ ਤੋ ਸਮਝੈ ਭੋਰਾ। ਜੇ ਉਹਨੂੰ ਕਹੀਏ ਕਿ ਬਾਹਰ ਜਿਸ ਤਰ੍ਹਾਂ ਸਾਧ ਸੰਗਤ ਜੀ ਕਹੀਏ ਦਿਨ ਚੜਿਆ ਹੋਇਆ ਹੈ ਤਾਂ ਕਹਿੰਦਾ ਹੈ ਕਿ ਰਾਤ ਪੈ ਗਈ ਹੈ। ਐਸੇ ਸਾਧ ਸੰਗਤ ਜੀ ਜੋ ਬੋਲਿਆਂ ਦੀ ਹਾਲਤ ਹੈ, ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਇੱਕ ਬੋਲਾ ਜਿਵੇਂ ਰਿਸ਼ਤੇਦਾਰਾਂ ਤੇ ਚਲੇ ਗਿਆ, ਉੱਥੇ ਜਾ ਕੇ ਉਹਨਾਂ ਨੂੰ ਪੁੱਛਿਆ ਕਿ ਹੋਰ ਸਭ ਰਾਜੀ ਖੁਸ਼ੀ ਨੇ। ਕਹਿੰਦਾ ਮੈਂ ਖਾ ਕੇ ਆਇਆ ਹਾਂ। ਜਦੋਂ ਉਹਨੂੰ ਪੁੱਛਿਆ ਕਿ ਭਾਵ ਹੋਰ ਪ੍ਰਸ਼ਾਦਾ ਪਾਣੀ ਤਾਂ ਨਹੀਂ ਛਕਣਾ, ਕਹਿੰਦਾ ਹੈ ਸਭ ਰਾਜੀ ਖੁਸ਼ੀ ਨੇ। ਤਾਂ ਸਾਧ ਸੰਗਤ ਜੀ ਪੁੱਠਾ ਹੀ ਜਵਾਬ ਦਿੰਦੇ ਨੇ। ਐਸੀ ਹਾਲਤ ਬੰਦੇ ਦੀ ਹੈ। ਮਹਾਰਾਜ ਜੀਆਂ ਦੀ ਗੁਰਬਾਣੀ ਤੇ ਭਾਵ ਸ਼ੰਕਾ ਕੀ ਕਰਨਾ, ਕਿਉਂਕਿ ਕਦੇ ਸੁਣੀ ਨਹੀਂ। ਜੇ ਸੁਣੀ ਹੁੰਦੀ ਤਾਂ ਹੀ ਸ਼ੰਕਾ ਉੱਠਦਾ। ਮਹਾਰਾਜ ਜੀ ਕਿਰਪਾ ਕਰਨ। ਜਿਸ ਤਰ੍ਹਾਂ ਸਾਧ ਸੰਗਤ ਜੀ ਬੋਲੇ ਦੀ ਨਿਆਈ, ਇਹ ਬੰਦਾ ਬੋਲਾ ਹੋ ਗਿਆ ਹੈ। ਜੇ ਮਹਾਰਾਜ ਜੀਆਂ ਦੀ ਬਾਣੀ ਕਹਿੰਦੀ ਹੈ ਦਿਨ ਚੜਿਆ ਹੈ, ਕਹਿੰਦਾ ਨਹੀਂ ਨਹੀਂ ਨਿਸ ਕਹੀਐ ਤੋ ਸਮਝੈ ਭੋਰਾ। ਕਹਿੰਦਾ ਹੈ ਰਾਤ ਪੈ ਗਈ ਹੈ। ਜੇ ਮਹਾਰਾਜ ਜੀਆਂ ਦੀ ਬਾਣੀ ਕਹਿੰਦੀ ਹੈ ਸੰਸਾਰ ਅਸਤ ਹੈ, ਜੋ ਤੈਨੂੰ ਦਿਖਣ ਮਾਤਰ ਦਿਖਦਾ ਹੈ ਉਹ ਇਹ ਹੈ ਨਹੀਂ, ਤਾਂ ਕਹਿੰਦਾ ਹੈ ਨਹੀਂ ਨਹੀਂ ਆਹ ਦੇਖ ਮੇਰੇ ਪੁੱਤਰ ਕਿੱਡੀਆਂ ਵੱਡੀ ਯੂਨੀਵਰਸਿਟੀਆਂ 'ਚ ਪੜ੍ਹਦੇ ਨੇ, ਆਹ ਦੇਖ ਮੇਰੀ ਕਿੱਡੀ ਕੋਠੀ ਹੈ, ਜੱਟ ਦੀ ਚੜ੍ਹਾਈ ਹੈ। ਕਹਿੰਦਾ ਹੈ ਐਸੀਆਂ ਗੱਲਾਂ ਕਰਦਾ ਹੈ। ਕਹਿੰਦਾ ਸੰਸਾਰ ਹੈ ਫਿਰ ਦਿਖਦਾ ਕਿਉਂ ਹੈ। ਜੇ ਮਹਾਰਾਜ ਜੀਆਂ ਦੀ ਬਾਣੀ ਤੋਂ ਸਾਧ ਸੰਗਤ ਜੀ ਇਹ ਜਿਹੜੇ ਇਹਦੇ ਕੰਨ ਨੇ ਇਹ ਬੰਦ ਹੋ ਚੁੱਕੇ ਨੇ। ਸ਼ਰਧਾ ਤੇ ਜੇ ਪ੍ਰੇਮ ਦੇ ਕੰਨ ਹੁੰਦੇ ਤਾਂ ਇਹਨੂੰ ਸੁਰਤ ਸੋਝੀ ਆਉਂਦੀ। ਜੇ ਨਾ ਵੀ ਸੋਝੀ ਪੈਂਦੀ ਤਾਂ ਵੀ ਪ੍ਰੇਮ ਤੇ ਸ਼ਰਧਾ ਵਿੱਚ ਹੱਥ ਜੋੜ ਕੇ ਕਹਿੰਦਾ, ਮਹਾਰਾਜ ਜੀ ਮੈਨੂੰ ਪਤਾ ਨਹੀਂ ਲੱਗਦਾ, ਜੋ ਤੁਸੀਂ ਕਹਿੰਦੇ ਹੋ ਸੱਚ ਹੋ। ਮਹਾਰਾਜ ਜੀ ਕਿਰਪਾ ਕਰੋ ਮੈਨੂੰ ਵੀ ਸੋਝੀ ਆ ਜਾਵੇ। ਇਸ ਤੋਂ ਅੱਗੇ ਕਹਾ ਬਿਸ਼ਨ ਪਦ ਗਾਵੈ ਗੁੰਗ। ਜੇ ਕਿਸੇ ਗੂੰਗੇ ਨੂੰ ਕਹਿ ਦਈਏ ਵਿਸ਼ਨੂੰ ਦੇ ਪਦੇ ਗਾ, ਸਾਧ ਸੰਗਤ ਜੀ ਜਿਵੇਂ ਵਿਸ਼ਨੂੰ ਦੇ ਪਦੇ ਹੁੰਦੇ ਹਨ ਤਾਂ ਉਹ ਕਿੱਥੇ ਗਾ ਸਕਦਾ ਹੈ। ਯਤਨ ਕਰੈ ਤੋ ਪੀ ਸੁਰ ਭੰਗ। ਜੋ ਯਤਨ ਵੀ ਕਰੇ ਤਾਂ ਮੂੰਹ ਦੇ ਵਿੱਚੋਂ ਭਾਵ ਐਸੇ ਜਿਸ ਤਰ੍ਹਾਂ ਹਵਾ ਹੀ ਨਿਕਲਦੀ ਹੈ, ਇਸੇ ਤਰ੍ਹਾਂ ਇਸ ਬੰਦੇ ਦੀ ਹਾਲਤ ਹੈ। ਪ੍ਰੇਮ ਵਾਲੀ ਜੀਭ ਹੀ ਨਹੀਂ ਹੈਗੀ। ਮਹਾਰਾਜ ਜੀਆਂ ਦਾ ਨਾਮ ਤਾਂ ਜਪਿਆ ਹੀ ਨਹੀਂ ਜਾਂਦਾ। ਜੇ ਹੋਰ ਚੀਜ਼ਾਂ ਦਸੀਏ ਗਾਣੇ ਜੋ ਸਭ ਕੁਛ ਇਹ ਗਾਉਂਦਾ ਹੈ, ਪਰ ਜਦੋਂ ਮਹਾਰਾਜ ਜੀਆਂ ਦੀ ਬਾਣੀ ਦੀ ਵਾਰੀ ਆਉਂਦੀ ਹੈ, ਕਹਾਉਣ ਨੂੰ ਕਹਿੰਦੇ ਹਾਂ ਅਸੀਂ ਪੰਥ ਦੇ ਆਗੂ ਹਾਂ, ਪਰ ਜਪਜੀ ਸਾਹਿਬ ਦੀ ਸਾਧ ਸੰਗਤ ਜੀ ਸ਼ੁੱਧ ਸੰਥਿਆ ਨਹੀਂ ਹੋਈ। ਭਾਵ ਐਸੀ ਹਾਲਤ ਹੈ। ਕਹਾ ਬਿਸ਼ਨ ਪਦ ਗਾਵੈ ਗੁੰਗ, ਯਤਨ ਕਰੈ ਤੋ ਪੀ ਸੁਰ ਭੰਗ। ਜੇ ਯਤਨ ਵੀ ਕਰੇ ਤਾਂ ਵੀ ਉਹਦੇ ਤੋਂ ਨਹੀਂ ਗਾਏ ਜਾਂਦੇ। ਹਜੂਰ ਕਹਿੰਦੇ ਹਨ, ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਉਹਾ ਉਸ ਗਵਨ। ਜਿਸ ਤਰ੍ਹਾਂ ਕਿਸੇ ਪਿੰਗਲੇ ਨੂੰ ਕਹਿ ਦਿੱਤਾ ਜਾਵੇ ਕਿ ਭਾਵ ਕਿ ਤੂੰ ਪਹਾੜ ਤੇ ਚੜ੍ਹ ਲਾ, ਪਰ ਉਸ ਤੋਂ ਪਹਾੜ ਤੇ ਨਹੀਂ ਚੜਿਆ ਜਾਂਦਾ। ਜਾਂ ਉਹਦਾ ਘਰ ਪਹਾੜ ਤੇ ਬਣਾ ਦਿੱਤਾ ਜਾਵੇ। ਇਸ ਬੰਦੇ ਕੋਲ ਸਾਧ ਸੰਗਤ ਜੀ ਸ਼ਰਧਾ ਤੇ ਪ੍ਰੇਮ ਦੀਆਂ ਲੱਤਾਂ ਹੀ ਨਹੀਂ ਹੈਗੀਆਂ ਪਹਾੜ ਤੇ ਚੜਨ ਵਾਲੀਆਂ। ਹਜੂਰ ਅਰਦਾਸ ਕਰਨ ਦੀ ਬੇਨਤੀ ਜਿਸ ਤਰ੍ਹਾਂ ਹਜੂਰ ਸਾਨੂੰ ਜਿਸ ਤਰ੍ਹਾਂ ਦੱਸਦੇ ਹਨ, ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ। ਮਹਾਰਾਜ ਜੀ ਇਹ ਦੀਨ ਗਰੀਬ ਆਪ ਜੀਆਂ ਦੇ ਚਰਨਾਂ ਕਮਲਾਂ ਵਿੱਚ ਬੇਨਤੀ ਕਰਦਾ ਹੈ, ਨਾਨਕ ਤੁਮਰੀ ਕਿਰਪਾ ਤਰੈ। ਇਹ ਮਹਾਰਾਜ ਜੀ ਆਪ ਜੀਆਂ ਦੀ ਕਿਰਪਾ ਦੁਆਰਾ ਹੀ ਅਸੀਂ ਤਰ ਸਕਾਂਗੇ। ਢੀਠ ਹੋ ਗਿਆ ਹੈ, ਉਪਦੇਸ਼ ਸੁਣਦਾ ਹੈ ਪਰ ਐਂ ਲੱਗਦਾ ਹੈ ਪਤਾ ਨਹੀਂ ਕੀ ਸ਼ਾਇਦ ਬਾਬੇ ਫਾਰਸੀ ਬੋਲੀ ਜਾਂਦੇ ਨੇ, ਕੁਝ ਸਮਝ ਨਹੀਂ ਪੈਂਦਾ। ਮਹਾਰਾਜ ਜੀ ਪਰ ਮੈਨੂੰ ਇਹਨਾਂ ਕੁ ਪਤਾ ਲੱਗ ਗਿਆ ਹੈ ਕਿ ਅਰਦਾਸ ਕਰਨ ਨਾਲ ਗੱਲ ਬਣ ਜਾਂਦੀ ਹੈ। ਆਪ ਜੀਆਂ ਦੀ ਕਥਾ ਵਿੱਚੋਂ ਇੰਨੀ ਕੁ ਸੋਝੀ ਆ ਗਈ ਹੈ ਕਿ ਇੱਥੇ ਗਰੀਬਾਂ ਨੂੰ ਵਡਿਆਈ ਮਿਲਦੀ ਹੈ। ਹਜੂਰ ਅਮੀਰ ਨਿਵਾਜ ਵੀ ਨਹੀਂ ਹਨ, ਤਾਂ ਸਾਧ ਸੰਗਤ ਜੀ ਇੱਥੇ ਗਰੀਬਾਂ ਨੂੰ ਜੋ ਢਹਿ ਪੈਂਦਾ ਹੈ ਮਹਾਰਾਜ ਜੀਆਂ ਦੇ ਦਰਬਾਰ ਦੇ ਵਿੱਚ, ਮਹਾਰਾਜ ਜੀ ਇਹਨਾਂ ਕੁ ਮੈਨੂੰ ਸੋਝੀ ਆ ਗਈ ਹੈ ਤੇ ਮੈਂ ਇਹਨਾਂ ਕੁ ਹੀ ਆਪ ਜੀ ਅੱਗੇ ਅਰਦਾਸ ਕਰਦਾ ਹਾਂ। ਮਹਾਰਾਜ ਜੀ ਨਾਨਕ ਤੁਮਰੀ ਕਿਰਪਾ ਤਰੇ। ਆਪ ਜੀਆਂ ਦੀ ਕਿਰਪਾ ਦੁਆਰਾ ਅਸੀਂ ਵੀ ਤਰ ਜਾਵਾਂਗੇ।
RAM ਨਾਮ ਬਿਨ ਮਿਥਿਆ ਮਾਨੋ। ਮਹਾਰਾਜ ਜੀ ਕਹਿੰਦੇ ਹਨ ਇਸ ਗੱਲ ਨੂੰ ਆਪਣੇ ਹਿਰਦੇ ਵਿੱਚ ਗ੍ਰਹਿਣ ਕਰ ਲਾ ਕਿ RAM ਦੇ ਨਾਮ ਤੋਂ ਬਿਨਾ ਸਭ ਮਿਥਿਆ ਹੈ। ਮਿਥਿਆ ਤੋਂ ਭਾਵ ਸਾਧ ਸੰਗਤ ਜੀ ਜਿਸ ਤਰ੍ਹਾਂ ਮ੍ਰਿਗ ਤ੍ਰਿਸ਼ਨਾ ਗਰਮੀਆਂ ਦੇ ਵਿੱਚ ਜਿਸ ਤਰ੍ਹਾਂ ਸਾਧ ਸੰਗਤ ਜੀ ਮਾਰੂ ਥਲ ਵਿੱਚ ਹਿਰਨ ਨੂੰ ਦੂਰ ਪਾਣੀ ਪ੍ਰਤੀਤ ਹੁੰਦਾ ਹੈ, ਜਿਵੇਂ ਉੱਥੇ ਪਾਣੀ ਹੋਵੇ ਪਰ ਜਦੋਂ ਉੱਥੇ ਪਹੁੰਚਦਾ ਹੈ ਉਹਨੂੰ ਪਾਣੀ ਹੋਰ ਅੱਗੇ ਦਿਸਦਾ ਹੈ। ਇਸੇ ਤਰ੍ਹਾਂ ਬੰਦੇ ਦੀ ਨਿਆਈ ਜਿਸ ਸਮੇਂ ਜਵਾਨ ਜਿਹਾ ਹੁੰਦਾ ਹੈ ਕਹਿੰਦਾ ਹੈ ਹੁਣ ਮੈਂ ਨੌਕਰੀ ਲੱਗ ਜੂੰਗਾ ਫਿਰ ਨਾਮ ਜਪੂੰਗਾ, ਫਿਰ ਇਹਨੂੰ ਉਹ ਪਾਣੀ ਦੂਰ ਦਿਖਦਾ ਹੈ। ਕਹਿੰਦਾ ਹੈ ਜਦੋਂ ਹੁਣ ਪੁੱਤਰ ਵਿਆਹ ਲਈ ਵਿਆਹ ਹੋ ਜਾਂਦਾ ਹੈ ਕਹਿੰਦਾ ਹੈ ਫਿਰ ਨਾਮ ਜਪਿਆ ਕਰੂੰਗਾ। ਇਸੇ ਤਰ੍ਹਾਂ ਦੂਰ ਫਿਰ ਅੱਗੇ ਪਾਣੀ ਦਿਖਦਾ ਹੈ ਕਹਿੰਦਾ ਹੈ ਹੁਣ ਬਜ਼ੁਰਗ ਹੋ ਜਾਵਾਂਗਾ, ਵਿਹਲਾ ਹੋ ਜਾਵਾਂਗਾ, ਪੈਨਸ਼ਨ ਲੱਗ ਜੇਗੀ, ਨਾਮ ਜਪਿਆ ਕਰਾਂਗਾ। ਤਾਂ ਸਾਧ ਸੰਗਤ ਜੀ ਮਿਰਗ ਭੱਜਦਾ ਭੱਜਦਾ ਮਾਰੂ ਥਲ ਵਿੱਚ ਅਖੀਰ ਤੇ ਡਿੱਗ ਪੈਂਦਾ ਹੈ, ਜ਼ਬਾਨ ਉੱਪਰ ਲੱਗ ਜਾਂਦੀ ਹੈ, ਗਰਮੀ ਦੇ ਨਾਲ ਪਾਣੀ ਨਹੀਂ ਨਸੀਬ ਹੁੰਦਾ। ਸਾਧ ਸੰਗਤ ਜੀ ਫਿਰ ਉੱਥੇ ਮੌਤ ਹੋ ਜਾਂਦੀ ਹੈ। ਜਦੋਂ ਬਜ਼ੁਰਗ ਹੁੰਦਾ ਹੈ ਦੇਖਦਾ ਹੈ ਮੈਨੂੰ ਕਿਸੇ ਚੀਜ਼ ਨੇ ਸੁੱਖ ਨਹੀਂ ਦਿੱਤਾ। ਸੁੱਖ ਤਾਂ ਸਾਧ ਸੰਗਤ ਜੀ ਵਾਹਿਗੁਰੂ ਜੋ ਪਾਣੀ ਹੈ ਮਹਾਰਾਜ ਜੀਆਂ ਦਾ ਨਾਮ ਉਸਨੇ ਦੇਣਾ ਸੀ, ਪਰ ਜਿਸ ਸਮੇਂ ਬਜ਼ੁਰਗ ਹੋ ਗਿਆ ਅੱਗੇ ਫਿਰ ਪਾਣੀ ਹੁਣ ਕਿੱਥੇ ਦਿਖਣਾ ਸੀ, ਮੌਤ ਹੋ ਜਾਂਦੀ ਹੈ। ਇਸੇ ਤਰ੍ਹਾਂ ਬੰਦਾ ਚਲੇ ਜਾਂਦਾ ਹੈ। ਹਜੂਰ ਕਹਿੰਦੇ ਹਨ RAM ਦੇ ਨਾਮ ਤੋਂ ਬਿਨਾ ਸਭ ਸੰਸਾਰ ਮਿਥਿਆ ਝੂਠਾ ਹੈ, ਇਹ ਹਿਰਦੇ ਦੇ ਵਿੱਚ ਗੁਰਸਿੱਖੋ ਧਾਰ ਲਵੋ। RAM ਨਾਮ ਬਿਨ ਮਿਥਿਆ ਮਾਨੋ। RAM ਦੇ ਨਾਮ ਤੋਂ ਬਿਨਾ ਸਭ ਸੰਸਾਰ ਮਿਥਿਆ ਹੈ। ਸਗਰੋ ਇਹ ਸੰਸਾਰਾ। ਇਹ ਸਾਰਾ ਸੰਸਾਰ ਹਜੂਰ ਕਹਿੰਦੇ ਹਨ ਦੇਖ ਤੂੰ ਕੱਲਾ ਨਹੀਂ, ਸਭ ਸੰਸਾਰ ਹੀ ਸੁਪਨੇ ਦੀ ਨਿਆਈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਰਪਾ ਕਰ ਰਹੇ ਹਨ। ਰਹਾਉ ਵਿਸ਼ਰਾਮ ਦੇ ਕੇ ਹਜੂਰ ਗੁਰਸਿੱਖ ਸਾਧ ਸੰਗਤ ਜੀ ਸੱਜ ਬੈਠੇ ਹਨ ਪਟਨਾ ਸਾਹਿਬ ਦੀਆਂ ਦੀ ਧਰਤੀ ਤੇ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਐਸੇ ਬ੍ਰਹਮ ਗਿਆਨ ਦਾ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਹਨ। ਜਾ ਕੋ ਜੋਗੀ ਖੋਜਤ ਹਾਰੇ। ਮਹਾਰਾਜ ਜੀ ਕਹਿੰਦੇ ਹਨ ਦੇਖ ਜਿਸ ਅਕਾਲ ਪੁਰਖ ਵਾਹਿਗੁਰੂ ਨੂੰ ਜੋਗੀ ਖੋਜਦੇ ਖੋਜਦੇ ਹਾਰ ਗਏ ਹਨ। ਪਾਇਓ ਨਾਹ ਤੇਰਾ ਪਾਰਾ। ਪਾਇਓ ਨਾਹਿ ਤਿਹ ਪਾਰਾ, ਜਿਸ ਅਕਾਲ ਪੁਰਖ ਵਾਹਿਗੁਰੂ ਦਾ ਪਾਰਾਵਾਰ ਨਹੀਂ ਪਾ ਸਕੇ। ਜਿਸ ਤਰ੍ਹਾਂ ਸਾਧ ਸੰਗਤ ਜੀ ਅਗਸਤ ਆਦ ਜੇ ਬੜੀ ਤਪਸਪਤੀ ਬਸੇਖੀਐ, ਬੇਅੰਤ 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 ਕੋ ਕਰੰਤ ਪਾਠ ਪੇਖੀਐ। ਅਗਸਤ ਵਰਗੇ ਮੁਨੀ ਸਾਧ ਸੰਗਤ ਜੀ ਜਿਨ੍ਹਾਂ ਨੇ ਸਾਰਾ ਸਮੁੰਦਰ ਹੀ ਘੁੱਟਾਂ ਵਿੱਚ ਛਕ ਲਿਆ ਸੀ, ਐਸੇ ਵੱਡੇ ਮੁਨੀ ਉਹ ਵੀ ਅਕਾਲ ਪੁਰਖ ਵਾਹਿਗੁਰੂ ਨੂੰ ਬੇਅੰਤ 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 ਐਸਾ ਪਾਠ ਕਰਦੇ ਹੋਏ ਵੇਖੇ ਜਾਂਦੇ ਨੇ। ਹਜੂਰ ਕਹਿੰਦੇ ਹਨ ਜਾ ਕੋ ਜੋਗੀ ਖੋਜਤ ਹਾਰੇ, ਪਾਇਓ ਨਾਹਿ ਤਿਹ ਪਾਰਾ। ਉਸ ਵਾਹਿਗੁਰੂ ਦਾ ਕਿਸੇ ਨੇ ਪਾਰਾਵਾਰ ਨਹੀਂ ਪਾ ਸਕਿਆ ਕੋਈ। ਸੋ ਸੁਆਮੀ ਤੁਮ ਨਿਕਟ ਪਛਾਨੋ। ਮਹਾਰਾਜ ਜੀ ਕਹਿੰਦੇ ਹਨ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਨਾਲ ਜਾਣਿਆ ਕਰ। ਹਜੂਰ ਅਸੀਂ ਤਾਂ ਜਾਣਦੇ ਹਾਂ ਤੁਸੀਂ ਨਾਲ ਹੋ। ਮਹਾਰਾਜ ਜੀ ਕਹਿੰਦੇ ਹਨ ਜੇ ਜਾਣਦੇ ਹੁੰਦੇ ਫਿਰ ਪਾਪ ਕਿਉਂ ਕਰਦਾ, ਪਰਾਇਆ ਰੂਪ ਕਿਉਂ ਦੇਖਦਾ, ਨਿੰਦਾ ਕਿਉਂ ਸੁਣਦਾ, ਤੈਨੂੰ ਡਰ ਲੱਗਣਾ ਸੀ। ਮਹਾਰਾਜ ਜੀ ਕਹਿੰਦੇ ਹਨ ਉਸ ਸੁਆਮੀ ਨੂੰ ਆਪਣੇ ਨਾਲ ਜਾਣਿਆ ਕਰ ਹਰ ਸਮੇਂ। ਤੇ ਦੇਖ ਜਦੋਂ ਕੋਈ ਔਕੜ ਪੈਂਦੀ ਹੈ ਮੂੰਹ ਢਿੱਲਾ ਜਿਹਾ ਨਾ ਕਰਿਆ ਕਰ ਕਿ ਡਰ ਜਾਣਾ ਬੜੀ ਛੇਤੀ। ਉਹਨੂੰ ਨਿਕਟ ਜਾਣਿਆ ਕਰ ਕਿ ਬਾਜਾਂ ਵਾਲੇ ਪਿਤਾ ਜੀਆਂ ਦਾ ਸੀਸ ਤੇ ਹੱਥ ਹੈ, ਕਾਲ ਮੈਨੂੰ ਖਾ ਨਹੀਂ ਸਕਦਾ। ਰੂਪ ਰੇਖ ਤੇ ਨਿਆਰਾ। ਉਹ ਰੂਪ ਰੇਖ ਤੋਂ ਨਿਆਰਾ ਹੈ। ਹਜੂਰ ਜੇ ਨਾਲ ਹੈ ਦਿਖਦਾ ਕਿਉਂ ਨਹੀਂ। ਮਹਾਰਾਜ ਜੀ ਕਹਿੰਦੇ ਹਨ ਚੱਕਰ ਚਿਹਨ ਅਰ ਵਰਨ ਜਾਤ। ਮਹਾਰਾਜ ਜੀ ਕਹਿੰਦੇ ਹਨ ਉਸ ਕਾਲ ਪੁਰਖ ਵਾਹਿਗੁਰੂ ਦਾ ਕੋਈ ਚੱਕਰ ਚਿਹਨ ਨਹੀਂ ਹੈ, ਪਰ ਫਿਰ ਵੀ ਤੇਰੇ ਨਾਲ ਵਸਦਾ ਹੈ। ਨਿਰਗੁਣ ਸਰੂਪ ਵਿੱਚ ਜ਼ਮੀਨ ਜ਼ਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਦੇਖ ਜ਼ਮੀਨ ਤੇ ਜਮਾਨ ਦੇ ਵਿੱਚ ਦੇਖ ਇੱਕ ਸਮਾਨ ਕਾਲ ਪੁਰਖ ਵਾਹਿਗੁਰੂ ਨਿਰੰਤਰ ਵਸ ਰਿਹਾ ਹੈ। ਨਾ ਕਿਸੇ ਵਿੱਚ ਘੱਟ ਵਸਦਾ ਹੈ ਨਾ ਵੱਧ ਵਸਦਾ ਹੈ। ਕੀੜੀ ਵਿੱਚ ਵੀ ਉਹਨਾਂ ਵਸ ਰਿਹਾ ਹੈ ਜਿੰਨਾ ਹਾਥੀ ਵਿੱਚ ਵਸ ਰਿਹਾ ਹੈ। ਸਭ ਵਿੱਚ ਉਸ ਦਾ ਹੀ ਪ੍ਰਤਾਪ। ਜਿਸ ਤਰ੍ਹਾਂ ਸਾਧ ਸੰਗਤ ਜੀ ਉਸ ਦੇ ਪ੍ਰਤਾਪ ਨਾਲ ਹੀ ਜੀਵ ਵੀ ਇੱਥੇ ਤੁਰ ਕੇ ਆਏ ਹਨ ਤੇ ਉਸ ਦੇ ਪ੍ਰਤਾਪ ਨੇ ਉਸ ਨੇ ਤਰਸ ਕੀਤਾ ਹੈ ਜੋ ਸਤ ਸੰਗਤ ਦੀਆਂ ਘੜੀਆਂ ਬਖਸ਼ੀਆਂ ਹਨ। ਪਾਵਨ ਨਾਮ ਜਗਤ ਮੈਂ ਹਰ ਕੋ। ਮਹਾਰਾਜ ਜੀ ਕਹਿੰਦੇ ਹਨ ਪਾਵਨ ਨਾਮ ਜਗਤ ਮੈਂ ਹਰ ਕੋ। ਅਕਾਲ ਪੁਰਖ ਵਾਹਿਗੁਰੂ ਦਾ ਜੋ ਨਾਮ ਪਵਿੱਤਰ ਹੈ, ਇਸ
ਸੰਸਾਰ ਦੇ ਵਿੱਚ ਹਰ ਕੋ ਦੇਖ ਜੋ ਤੇਰੀਆਂ ਸਭ ਜੋ ਔਖੀਆਂ ਘੜੀਆਂ ਹਨ ਸਭ ਹਰ ਲਵੇਗਾ, ਤੇਰੇ ਪਾਪਾਂ ਨੂੰ ਹਰ ਲਵੇਗਾ। ਇਸੇ ਤਰ੍ਹਾਂ ਤੈਨੂੰ ਸਾਧ ਸੰਗਤ ਜੀ ਹਰਿਆ ਭਰਿਆ ਕਰ ਦੇਵੇਗਾ। ਉਹ ਨਾਮ ਜਪਿਆ ਕਰ। ਕਬੋ ਨਾਹੀ ਸੰਤਾਰਾ ਕਬਹੂ ਨਾਹੀ ਸੰਭਾਰਾ, ਕਦੇ ਵੀ ਤੂੰ ਦੇਖ ਉਸ ਦਾ ਨਾਮ ਜਪਿਆ ਹੀ ਨਹੀਂ, ਤੈਨੂੰ ਕਦੇ ਯਕੀਨ ਨਹੀਂ ਆਇਆ। ਨਾਨਕ ਸਰਨ ਪਰਿਓ ਜਗ ਬੰਧਨ। ਮਹਾਰਾਜ ਜੀ ਅੱਗੇ ਹਜੂਰ ਕਹਿੰਦੇ ਹਨ, ਇਸ ਵਿਚਾਰ ਨੂੰ ਹਿਰਦੇ ਵਿੱਚ ਧਾਰਨ ਕਰ ਲਾ ਤੇ ਜਗਤ ਦੇ ਬੰਧਨ ਜੋਗ ਪ੍ਰਣਾਮ ਜਿਸ ਨੂੰ ਸਭ ਨਮਸਕਾਰਾਂ ਕਰਦੇ ਹਨ, ਐਸੀ ਅਰਦਾਸ ਕਰ ਮਹਾਰਾਜ ਜੀ ਮੈਂ ਵੀ ਆਪ ਜੀਆਂ ਦੀ ਸ਼ਰਨ ਵਿੱਚ ਆ ਗਿਆ ਹਾਂ। ਰਾਖੋ ਬਿਰਦ ਤੁਹਾਰਾ। ਮਹਾਰਾਜ ਜੀ ਆਪਣਾ ਬਿਰਦ ਰੱਖੋ, ਕਿਉਂਕਿ ਮਹਾਰਾਜ ਜੀ ਆਪ ਜੀ ਸ਼ਰਨ ਆਇਆਂ ਦੀ ਲਾਜ ਰੱਖਦੇ ਹੋ। ਸਾਨੂੰ ਇਹ ਪਤਾ ਹੈ। ਹਜੂਰ ਕਿਰਪਾ ਕਰਨ। ਹੇ ਕਰੁਣਾ ਨਿਧ ਭੂਲ ਸ਼ਮੋ ਪ੍ਰਭ, ਦੇਹੋ ਉਪੈ ਪਦ ਭਗਤ ਅਖੰਡਾ। ਮਹਾਰਾਜ ਜੀ ਆਪ ਕਰਨਾ ਦੇ ਨਿਧ ਖਜ਼ਾਨੇ ਹੋ। ਸਾਨੂੰ ਵੀ ਆਪ ਜੀ ਮਹਾਰਾਜ ਜੀ ਅਭੈ ਦਾਨ ਬਖਸ਼ੋ। ਮੌਤ ਦਾ ਡਰ ਤਾਂ ਹਜੂਰ ਲੱਗਿਆ ਰਹਿੰਦਾ ਹੈ, ਤੇ ਅਖੰਡ ਭਗਤੀ ਬਖਸ਼ੋ। ਜਿਸ ਤਰ੍ਹਾਂ ਆਪ ਜੀਆਂ ਦੇ ਭਗਤ ਮਹਾਰਾਜ ਜੀ ਕਿੰਨਾ ਲੰਮਾ ਸਮਾਂ ਆਪ ਜੀਆਂ ਦਾ ਨਾਮ ਜਪਦੇ ਹਨ। ਨਾਮ ਵੱਡੋ ਪ੍ਰਤਾਪ ਵੱਡੋ ਪ੍ਰਭ, ਊਚ ਤੇ ਊਚ ਸਦਾ ਪ੍ਰਚੰਡਾ। ਆਪ ਜੀਆਂ ਦਾ ਨਾਮ ਵੀ ਬੜਾ ਵੱਡਾ ਹੈ ਤੇ ਆਪ ਜੀਆਂ ਦਾ ਪ੍ਰਤਾਪ ਵੀ ਬੜਾ ਪ੍ਰਚੰਡ ਹੈ। ਆਸ ਵੱਡੋ ਪਰਵਾਸ ਵੱਡੋ, ਤਿਰਵਾਸ ਵੱਡੋ ਚਰਨਨ ਚਿਤ ਮੰਡਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਹਨ, ਹਜੂਰ ਵੱਡੀਆਂ ਆਸਾਂ ਅਸੀਂ ਵੀ ਲੈ ਕੇ ਆਪ ਜੀਆਂ ਦੇ ਪਾਸ ਆਏ ਹਾਂ, ਤੇ ਸਾਨੂੰ ਤਰਵਾਸ ਵੀ ਆਪ ਜੀਆਂ ਦਾ ਵੱਡਾ ਹੈ। ਮਹਾਰਾਜ ਜੀ ਆਪ ਜੀਆਂ ਦੇ ਚਰਨਾਂ ਦੇ ਵਿੱਚ ਸਾਡਾ ਚਿੱਤ ਮੰਡਿਆ ਜਾਵੇ। ਇਸੇ ਤਰ੍ਹਾਂ ਹਜੂਰ ਫਰਮਾਉਂਦੇ ਹਨ, ਮੰਦ ਵੱਡੋ ਅਪਰਾਧ ਵੱਡੋ। ਮਹਾਰਾਜ ਜੀ ਮਤ ਮੰਦ ਵੱਡੋ ਅਪਰਾਧ ਵੱਡੋ। ਇਧਰ ਹਜੂਰ ਜੇ ਤੁਸੀਂ ਵੀ ਵੱਡੇ ਹੋ, ਮੈਂ ਵੀ ਬੜਾ ਵੱਡਾ ਹਾਂ, ਵੱਡਾ ਮਤ ਮੰਦ ਹਾਂ, ਅਪਰਾਧੀ ਵੀ ਵੱਡਾ ਹਾਂ। ਹਜੂਰ ਆਪ ਕਿਰਪਾ ਕਰੋ। ਸਰਨਾਗਤ ਆਏ ਗਈ ਬਰਬੰਡਾ। ਆਪ ਜੀਆਂ ਦੀ ਸ਼ਰਨ ਵਿੱਚ ਆ ਕੇ ਪੈ ਗਏ ਹਾਂ। ਹਜੂਰ ਕਿਰਪਾ ਕਰਨ ਸਾਨੂੰ ਸੋਝੀ ਆਵੇ। ਮਹਾਰਾਜ ਜੀ ਕਿਰਪਾ ਕਰਨ ਹਜੂਰ ਦਾ ਉਪਦੇਸ਼ ਹਿਰਦੇ ਵਿੱਚ ਵਸੇ। ਸਾਧ ਸੰਗਤ ਜੀ ਮਹਾਰਾਜ ਜੀਆਂ ਦਾ ਜਸ ਗਾਉਂਦੇ ਹੋਏ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਹਜੂਰ ਕਿਰਪਾ ਕਰਨ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਸਰਬੱਤ ਸੰਗਤਾਂ ਬਖਸ਼ਣ ਜੋਗ ਹੋ, ਬਖਸ਼ ਦੇਣਾ। ਅਰਦਾਸ ਕਰਨੀ ਮਹਾਰਾਜ ਬਲ ਬੁੱਧ ਸਮਰੱਥਾ ਬਖਸ਼ਣ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਪਾਵਨ ਨਾਮ ਜਗਤ में हर को कभो नहीं संबारा। नानक शरण पर्यो जग बंधन राखो बिरद